ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਆਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ तब है शमश ने गिरा अलाई, क्या सजाए तुम देहु मुझताई। जो है मन में सो कर लीजै, हो झूठे निज हृदय लखीजै। तब है शमश ने गिरा अलाई, क्या सजाए तुम देहु मुझ ताई। वाहिगुरु जी का खालसा, वाहिगुरु जी की फतेह। पतित पावन भगत वत्सल किरपा निधान, जुगा हो जुग अटल। चवर छतर तख्त दे मालिक, शब्दा अवतार शब्द गुरु धन धन साहिब। श्री गुरु ग्रंथ साहिब जीओ महाराज, जिन्हां सतगुरु सच्चे पातशाह जी महाराज जीआं दे पावन पवित्र हजूरी अंदर साहिबां दे पावन अस्थान तखत सचखंड श्री हजूर श्री अबचल नगर साहिब जी विखे जुड़ बैठी गुरु प्यारी गुरु सवारी साध संगत जीओ।
ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਦੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਲਤਾਨ ਦੀ ਧਰਤੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅੱਗੇ ਜਗਤ ਜਲੰਦੇ ਨੂੰ ਉਤਾਰਨ ਵਾਸਤੇ ਮਹਾਰਾਜ ਜੀ ਜਾ ਰਹੇ ਹਨ, ਭਾਈ ਬਾਲੇ ਨੇ ਜਦੋਂ ਪੁੱਛਣਾ ਕੀਤਾ, ਬਚਨ ਕਰਨਾ ਕੀਤਾ ਕਿ ਮਹਾਰਾਜ ਇਹ ਜੋ ਸਾਧੂ ਸੰਤ ਹਨ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਹੁਣ ਕਿਹੜਾ ਹੈ? ਮਹਾਰਾਜ ਜੀ ਨੇ ਕਿਹਾ ਇਹਨਾਂ ਦੇ ਵਿੱਚ ਕਰਨੀ ਤੇ ਕਮਾਈ ਵਾਲਾ ਜੋ ਹੈ ਉਹਦਾ ਨਾਮ ਸ਼ਮਸ ਤਬਰੇਜ਼ ਖਾਨ। ਤੇ ਫਿਰ ਬਚਨ ਕੀਤੋ ਨੇ ਮਹਾਰਾਜ ਕਿਰਪਾ ਕਰੋ ਇਹਨਾਂ ਦਾ ਆਪ ਜੀ ਇਤਿਹਾਸ ਦੱਸੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਬਾਬਤ ਦੱਸਣਾ ਕੀਤਾ ਕਿਸ ਤਰ੍ਹਾਂ ਸ਼ਮਸ ਤਬਰੇਜ਼ ਇਹ ਅਸਲ ਦੇ ਵਿੱਚ ਅਲ-ਹਿਲਾਸ ਜੋ ਮਨਸੂਰ ਹੋਇਆ। ਆਪ ਜੀਆਂ ਨੇ ਉਹ ਸਾਰਾ ਇਤਿਹਾਸ ਪਿਛਲੇ ਦੀਵਾਨਾਂ ਦੇ ਵਿੱਚ ਉਹਨੂੰ ਸਰਵਣ ਕਰਨਾ ਕੀਤਾ। ਉਹਦੀ ਜੋ ਰਾਖ ਜਿਹੜੀ ਹੈ ਉਹਦੇ ਵਿੱਚੋਂ ਵੀ ਜਦੋਂ ਅਨਲ ਹੱਕ ਦੀ ਆਵਾਜ਼ ਆ ਰਹੀ ਸੀ, ਮੁਲਾਣੇ ਨੇ ਰਾਖ ਨੂੰ ਬੰਦ ਕਰਕੇ ਰੱਖ ਦਿੱਤਾ। ਇੱਕ ਦਿਨ ਉਹਦੀ ਲੜਕੀ ਸੁਤੇ ਸੇਤੀ ਜੋ ਹੈ ਉਹਨੂੰ ਛਕ ਲਿਆ, ਜਿਸ ਕਰਕੇ ਗਰਭ ਧਾਰਨ ਹੋ ਗਿਆ, ਬੱਚੇ ਦਾ ਜਨਮ ਹੋਇਆ ਹੈ। ਉਹਨੂੰ ਫਿਰ ਇੱਕ ਮਟਕੇ ਵਿੱਚ ਪਾ ਕਰਕੇ ਪਾਣੀ ਦੇ ਵਿੱਚ ਜਦੋਂ ਵਹਾ ਦਿੱਤਾ ਗਿਆ, ਉਹ ਜਿਹੜਾ ਸੀ ਸ਼ਮਸ ਤਬਰੇਜ਼ ਸੀ। ਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਵੱਡਾ ਹੋਇਆ ਤੇ ਬੱਚਿਆਂ ਦੇ ਨਾਲ ਪੜ੍ਹਨ ਵਾਸਤੇ ਉਹੀ ਮੁਲਾਣੇ ਕੋਲ ਜਦੋਂ ਆਉਂਦੇ ਹਨ, ਤੇ ਇੱਕ ਦਿਨ ਮੁਲਾਣਾ ਜਿਹੜਾ ਸੀ ਕਿੱਥੇ ਗਿਆ ਹੋਇਆ, ਸ਼ਮਸ ਤਬਰੇਜ਼ ਨੇ ਸਾਰਿਆਂ ਦੀਆਂ ਕਿਤਾਬਾਂ ਲੈ ਕਰਕੇ ਜੋ ਹੌਦਾ ਹੁੰਦਾ ਉਹਦੇ ਵਿੱਚ ਪਾ ਦਿੱਤਾ, ਸੁੱਟ ਦਿੱਤਾ। ਮੁਲਾਣੇ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਦੌੜ ਕੇ ਆਇਆ, ਸਾਰੀਆਂ ਕਿਤਾਬਾਂ ਉਹਨੇ ਬਾਹਰ ਕੱਢਣੀਆਂ ਕੀਤੀਆਂ। ਕੀ ਤੱਕਦਾ ਕਿ ਅਸਲ ਦੇ ਵਿੱਚ ਪਾਣੀ ਵਿੱਚ ਪੈਣ ਕਰਕੇ ਕਿਤਾਬਾਂ ਨੂੰ ਭਿੱਜ ਜਾਣਾ ਚਾਹੀਦਾ ਸੀ, ਲੇਕਿਨ ਪਿਆਰਿਓ ਕਿਤਾਬਾਂ ਭਿੱਜੀਆਂ ਨਹੀਂ, ਉਹਦੇ ਵਿੱਚ ਤਾਂ ਧੂੜੀ ਲੱਗੀ ਹੋਈ ਸੀ। ਉਹਨੂੰ ਜਦੋਂ ਲਾਉਂਦਾ ਝੜਕਦਾ ਤੇ ਉਹਦੇ ਵਿੱਚੋਂ ਧੂੜੀ ਉੜਦੀ ਹੈ। ਵੇਖ ਕਰਕੇ ਬੜਾ ਦੰਗ ਹੋਇਆ, ਸ਼ਮਸ ਤਬਰੇਜ਼ ਨੂੰ ਮੰਨ ਲਿਆ ਕਿ ਸੁਣ ਕਰਕੇ ਬੱਚਾ ਜਦੋਂ ਉੱਠ ਕੇ ਇਹ ਸਾਰੇ ਮੁਲਾਣੇ ਤਾਂ ਪਹਿਲੇ ਤਾਂ ਖੁਸ਼ ਹੋ ਗਏ, ਫਿਰ ਇਹਦੇ ਉੱਤੇ ਹੀ ਤੋਮਤਾਂ ਲਾਉਂਦੇ ਹਨ। ਸ਼ਮਸ ਤਬਰੇਜ਼ ਨੂੰ ਬੋਲਦੇ ਕਿ ਤੂਨੇ ਬੜਾ ਗਲਤ ਕੰਮ ਕਰਨਾ ਕੀਤਾ, ਤੈਨੂੰ ਇਹ ਕਹਿਣਾ ਚਾਹੀਦਾ ਕਿ ਤੈਨੂੰ ਖੁਦਾ ਦਾ ਵਾਸਤਾ ਹੈ, ਖੁਦਾ ਦੇ ਕਰਕੇ ਤੂੰ ਉੱਠਣਾ ਕਰ, ਜਾਂ ਐ ਖੁਦਾ ਇਹਨੂੰ ਜੀਵਤ ਕਰ, ਇਹ ਕਹਿਣਾ ਬਣਦਾ ਸੀ। ਲੇਕਿਨ ਤੂਨੇ ਖੁਦਾ ਦੀ ਸ਼ਰੀਕਤ ਕਰਨੀ ਕੀਤੀ, ਤੈਨੂੰ ਅਸੀਂ ਸਜ਼ਾ ਦੇਣੀ ਹੈ। ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਜੋ ਇਤਿਹਾਸ ਚੱਲ ਰਿਹਾ, ਕਵੀ ਰਾਜੀ ਸ਼ਮਸ ਤਬਰੇਜ਼ ਦੇ ਬਾਬਤ ਦੱਸ ਰਹੇ ਹਨ, ਉਹ ਕਥਾ ਨੂੰ ਆਪ ਜੀਆਂ ਨੇ ਸਰਵਣ ਕਰਨਾ ਕੀਤਾ ਸੀ। ਆਓ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੀ ਨੂੰ ਦਰਜ ਕਰਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਹੈ ਸ਼ਮਸ਼ ਨੇ ਗਿਰਾ ਅਲਾਈ। ਤਦੋਂ ਪਿਆਰਿਓ ਸ਼ਮਸ ਤਬਰੇਜ਼ ਜੋ ਹੈ ਇਹ ਸੰਤ ਮਹਾਂਪੁਰਖ ਇਹਨੇ ਇਹਨਾਂ ਮੌਲਾਣਿਆਂ ਦੇ ਤਾਈ ਉਹਨਾਂ ਕਾਜ਼ੀਆਂ ਦੇ ਤਾਈ ਬਚਨ ਕਰਨਾ ਕੀਤਾ। ਉਸ ਵੇਲੇ ਆਪਣੇ ਆਪ ਨੂੰ ਬਚਾਉਣ ਵਾਸਤੇ ਬਹੁਤ ਆਵਾਜ਼ਾਂ ਕਹਿੰਦਾ ਕਿ ਭਾਈ ਮੈਨੂੰ ਬਚਾ ਲਿਓ, ਮੇਰੀ ਰਾਖੀ ਕਰੋ। ਕੋਈ ਜੇ ਉਹਨੂੰ ਉਸ ਵੇਲੇ ਬਚਾਉਂਦਾ ਤੇ ਕਈ ਜਿਹੜੇ ਹਨ ਅਹਿਸਾਨ ਫਰਾਮੋਸ਼ ਬਣ ਜਾਂਦੇ ਹਨ, ਅਕਿਰਤ ਘਣ ਬਣ ਜਾਂਦੇ ਹਨ। ਤੇ ਇਹਨਾਂ ਨੇ ਅਹਿਸਾਨ ਫਰਾਮੋਸ਼ਗੀ ਕਰਨੀ ਕੀਤੀ ਤਾਂ ਇਹਨਾਂ ਨੇ ਪਰਚੇ ਦੇਣਾ ਚਾਹੀਦਾ ਤਾਂ ਸੀ, ਕਿਉਂਕਿ ਜੇ ਇਹ ਬੱਚਾ ਜੀਵਤ ਨਹੀਂ ਹੁੰਦਾ ਤੇ ਰਾਜੇ ਨੇ ਇਹਨਾਂ ਸਾਰਿਆਂ ਨੂੰ ਫੜ ਕੇ ਮਾਰ ਦੇਣਾ। ਉਸ ਵੇਲੇ ਲੋੜ ਪਈ ਤੇ ਇਹਨਾਂ ਨੇ ਸ਼ਮਸ ਦੇ ਅੱਗੇ ਹੱਥ ਜੋੜਨੇ ਕੀਤੇ ਤੇ ਜਦੋਂ ਬਚ ਗਏ ਤੇ ਕਹਿੰਦੇ ਜੀ ਤੈਨੂੰ ਧਾਰਮਿਕ ਰੀਤੀ ਰਿਵਾਜਾਂ ਤਹਿਤ ਤੈਨੂੰ ਅਸੀਂ ਸ਼ਰੀਆ ਦੇ ਤਹਿਤ ਤੈਨੂੰ ਸਜ਼ਾ ਦੇਣਾ। ਹੁਣ ਸ਼ਮਸ ਜੀ ਪੁੱਛਦੇ ਹਨ ਕਿ ਭਾਈ ਮੈਨੂੰ ਕਿਹੜੀ ਸਜ਼ਾ ਦਿਓਗੇ? ਜੋ ਹੈ ਮਨ ਮੈਂ ਸੋ ਕਰ ਲੀਜੈ, ਝੂਠ ਨਿਜ ਫੈਸਲਾ ਕਰਨਾ ਕੀਤਾ। ਲੇਕਿਨ ਜਦੋਂ ਵੀ ਅੱਖ ਬੰਦ ਕਰਕੇ ਅੰਦਰ ਝਾਤ ਮਾਰੋਗੇ, ਆਪਣੀ ਜ਼ਮੀਰ ਨੂੰ ਜਦੋਂ ਹਲੂਣਾ ਦਿਓਗੇ, ਤੁਹਾਡੇ ਅੰਦਰੋਂ ਇਹੀ ਆਵਾਜ਼ ਆਵੇਗੀ ਕਿ ਨਹੀਂ ਭਾਈ ਸ਼ਮਸ ਤਬਰੇਜ਼ ਸੱਚਾ ਸੀ, ਅਸੀਂ ਝੂਠੇ ਹਾਂ, ਅਸਾਂ ਨੇ ਗਲਤ ਕੰਮ ਕਰਨਾ ਕੀਤਾ। ਕਈਆਂ ਦੀ ਪਿਆਰਿਓ ਜ਼ਮੀਰ ਦੇ ਵਿੱਚ ਕੁਝ ਰਹਿ ਗਿਆ ਤਾਂ ਉਹਨਾਂ ਨੂੰ ਅਹਿਸਾਸ ਤਾਂ ਵੀ ਹੋ ਜਾਂਦਾ, ਕਈਆਂ ਦੀ ਤਾਂ ਜ਼ਮੀਰ ਇੰਨੀ ਮਰ ਜਾਂਦੀ ਹੈ, ਅੰਦਰੋਂ ਇੰਨੇ ਮਰ ਜਾਂਦੇ ਹਨ। ਮਹਾਰਾਜ ਜੀ ਨੇ ਕਈ ਵਾਰੀ ਜਦੋਂ ਮਰਨ ਦੀ ਗੱਲ ਕਹੀ ਨਾ, ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਈ ਤਰ੍ਹਾਂ ਦੇ ਨਾਲ ਬੰਦਾ ਮਰਦਾ। ਇੱਕ ਤਾਂ ਆਪਾਂ ਕਹਿੰਦੇ ਨਾ ਜੀ ਬੰਦਾ ਇੱਕ ਤਰ੍ਹਾਂ ਦੇ ਨਾਲ ਹੀ ਮਰਦਾ ਕਿ ਸਰੀਰ ਕਰਕੇ ਮਰ ਜਾਵੇ, ਠੀਕ ਹੈ ਜੀ, ਸਿੱਧੀ ਜੀ ਗੱਲ ਹੈ। ਸਰੀਰ ਕਰਕੇ ਜੋ ਮਰ ਜਾਵੇ, ਪ੍ਰਾਣ ਪੰਖੇਰੂ ਉੱਡ ਜਾਂਦੇ ਹਨ, ਆਪਾਂ ਕਹਿੰਦੇ ਹਾਂ ਕਿ ਭਾਈ ਆ ਬੰਦਾ ਮਰ ਗਿਆ। ਨਹੀਂ ਪਿਆਰਿਓ, ਸਰੀਰ ਕਰਕੇ ਮਰਨਾ ਵੀ ਹੈ ਤੇ ਪਰਮ ਮਰਨਾ ਜਿਹੜਾ ਹੈ ਸਭ ਤੋਂ ਐਸੀ ਮਰਨੀ ਜੋ ਮਰੇ ਉਹਦਾ ਭਾਵ ਹੈ ਕਿ ਜਿਨ੍ਹਾਂ ਨੇ ਆਪਣੇ ਅਹੰਕਾਰ ਨੂੰ ਮਾਰ ਦਿੱਤਾ, ਉਹ ਪਿਆਰਿਓ ਸਭ ਤੋਂ ਵੱਡੀ ਪਰਮ ਮੌਤ ਹੈ। ਤੇ ਕਈ ਜੋ ਹਨ ਬੇਈਮਾਨੀ ਦੇ ਵਿੱਚ ਆ ਕਰਕੇ, ਅਕਿਰਤ ਘਣਾ ਦੇ ਵਿੱਚ ਆ ਕਰਕੇ ਆਪਣੇ ਜ਼ਮੀਰ ਨੂੰ ਮਾਰ ਦਿੰਦੇ ਹਨ। ਤੇ ਜਿਨ੍ਹਾਂ ਦੀ ਜ਼ਮੀਰ ਮਰ ਜਾਵੇ ਤੇ ਉਹ ਵੀ ਪਿਆਰਿਓ ਅੰਦਰੋਂ ਤਾਂ ਮਰਿਆ ਹੋਇਆ ਹੈ। ਸਿਆਣੇ ਕਹਿੰਦੇ ਨਾ ਕਿ ਐਨ ਸ਼ੇਰ ਦੀ ਜਿਹੜੀ ਹੈ 4 ਦਿਨਾਂ ਦੀ ਜ਼ਿੰਦਗੀ ਹੁੰਦੀ ਹੈ ਤੇ 4 ਦਿਨਾਂ ਦੇ ਵਿੱਚ ਉਹ ਸ਼ੇਰ ਬਣ ਕੇ ਰਹਿੰਦਾ। ਲੇਕਿਨ ਜਿਹੜੇ ਬੁਜ਼ਦਲ ਹੁੰਦੇ ਹਨ ਭਾਵੇਂ ਉਹ 100 ਸਾਲ ਜੀ ਲੈਣ, ਜਿਹੜਾ ਵੀ ਪਿਆਰਿਓ ਗਲਤ ਕੰਮ ਕਰਦਾ ਉਹਨੂੰ ਸੰਸਾਰ ਯਾਦ ਨਹੀਂ ਕਰਦਾ। ਅੱਜ ਵੀ ਜਿਹੜੇ ਪਾਪੀ ਹੁੰਦੇ ਹਨ, ਗਲਤ ਹੁੰਦੇ ਹਨ, ਤੇ ਜਿਹੜੇ ਚੰਗੇ ਹੁੰਦੇ ਹਨ, ਯਾਦ ਦੋਵਾਂ ਨੂੰ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਆਪਾਂ ਯਾਦ ਕਰਦੇ ਹਾਂ ਤੇ ਪਿਆਰਿਓ ਜਦੋਂ ਜਦੋਂ ਆਪਾਂ ਮਹਾਰਾਜ ਜੀ ਦਾ ਇਤਿਹਾਸ ਪੜਾਂਗੇ, ਆਪਾਂ ਫਿਰ ਸਾਨੂੰ ਖੁਦ ਬਾ ਖੁਦ ਔਰੰਗੇ ਨੂੰ ਵੀ ਯਾਦ ਕਰਨਾ ਪਵੇਗਾ। ਵਜੀਦ ਖਾਂ ਜਿਹੜਾ ਉਹਨੂੰ ਵੀ ਆਪਾਂ ਯਾਦ ਕਰਦੇ, ਯਾਦ ਦਾ ਮਤਲਬ ਉਹਨੂੰ ਚੇਤੇ ਕਰਦੇ। ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰੋ, ਹੱਥ ਜੁੜ ਜਾਂਦੇ, ਮਸਤਕ ਝੁਕ ਜਾਂਦਾ, ਮਨ ਸ਼ਰਧਾ ਦੇ ਨਾਲ ਭਿੱਜ ਜਾਂਦਾ। ਲੇਕਿਨ ਜਦੋਂ ਇਹਨਾਂ ਪਾਪੀਆਂ ਦਾ ਨਾਮ ਆਉਂਦਾ ਉਸ ਵੇਲੇ ਵੀ ਉਹਨਾਂ ਦਾ ਮੂੰਹ ਕਾਲਾ ਤੇ ਅੱਗੇ ਵੀ ਆਪਾਂ ਕਹਿੰਦੇ ਕਿ ਭਾਈ ਆ ਇੰਨਾ ਗੰਦਾ ਬੰਦਾ ਹੈ, ਇਹਦਾ ਤਾਂ ਮੂੰਹ ਕਾਲਾ ਹੋਣਾ ਚਾਹੀਦਾ। ਕਿਉਂਕਿ ਜੋ ਗਲਤ ਕੰਮ ਕਰਦਾ ਉਹਨੂੰ ਪਿਆਰਿਓ ਫਿਰ ਸੰਸਾਰ ਵੀ ਕਦੇ ਮਾਫ ਨਹੀਂ ਕਰਦਾ। ਤੇ ਸ਼ਮਸ ਕਹਿਣ ਲੱਗਾ ਕਿ ਠੀਕ ਹੈ, ਬਾਰੀ ਤਾਂ ਤੁਹਾਡੀ ਚੱਲਦੀ ਹੈ ਭਾਈ, ਤੁਸੀਂ ਜੋ ਮਰਜ਼ੀ ਕਰਨਾ ਕਰ ਲੈਣਾ ਕਰੋ, ਲੇਕਿਨ ਮਨ ਵਿੱਚ ਝਾਤ ਮਾਰੋਗੇ ਤੁਹਾਨੂੰ ਇਹੀ ਲੱਗੇਗਾ ਕਿ ਮੈਂ ਸੱਚਾ ਸੀ ਤੇ ਤੁਸੀਂ ਝੂਠੇ ਸੀ।
ਕਹਿਤ ਮੁਲਾਨੇ ਸ਼ਰਾ ਮਝਾਰੀ। ਤੇ ਮੁਲਾਣੇ ਜਿਹੜੇ ਹਨ ਉਹਨਾਂ ਨੇ ਕਿਹਾ ਕਿ ਸ਼ਰਾ ਦੇ ਵਿੱਚ ਖਾਲ ਉਤਾਰਨ ਉਚਿਤ ਆ ਤੁਮਾਰੀ। ਜੋ ਤੂਨੇ ਕੰਮ ਕਰਨਾ ਕੀਤਾ ਨਾ, ਤੇਰੀ ਖਲ ਜਿਹੜੀ ਹੈ ਖਲ ਤੇਰੀ ਉਤਾਰ ਦੇਣੀ ਚਾਹੀਦੀ ਹੈ। ਆਪਨ ਹੁਕਮ ਸੋ ਮੁਰਦਾ ਜਿੰਦਾ। ਕਿਉਂਕਿ ਤੂਨੇ ਆਪਣੇ ਹੁਕਮ ਦੇ ਨਾਲ ਮੁਰਦੇ ਨੂੰ ਜਿੰਦਾ ਕੀਤਾ ਕਰਿਓ ਤੈਂ ਤਾਤੇ ਤੁਝ ਨਿੰਦਾ। ਤੇ ਤੂਨੇ ਇਹ ਕਰਨਾ ਕੀਤਾ, ਇਸ ਕਰਕੇ ਤੇਰੀ ਅਸੀਂ ਨਿੰਦਿਆ ਕਰਦੇ ਹਾਂ। ਕਿਉਂਕਿ ਜਦੋਂ ਬੱਚਾ ਜਿਉਂਦਾ ਨਹੀਂ ਹੁੰਦਾ ਤੇ ਇਹਨਾਂ ਨਹੀਂ ਕਿਹਾ ਕਿ ਭਾਈ ਸਾਨੂੰ ਬਚਾ ਲੈ। ਹੁਣ ਜੇ ਜੀਵਤ ਕਰ ਲਿਆ ਤੇ ਕਹਿੰਦੇ ਕਿ ਤੂਨੇ ਆਪਣਾ ਨਾਮ ਲੈ ਕਰਕੇ ਇਹਨੂੰ ਜੀਵਤ ਕੀਤਾ, ਤੂਨੇ ਸ਼ਰਾ ਦੀ ਅਦੂਲੀ ਕਰਨੀ ਕੀਤੀ, ਤਾਂ ਕਰਕੇ ਤੇਰੀ ਜੋ ਹੈ ਪੁੱਠਾ ਕਰਕੇ ਤੇਰੀ ਖਲ ਅਸੀਂ ਲਵਾ ਲੈਣਾ ਹੈ। ਅਸ ਕਹਿ ਲੀਨੀ ਖਾਲ ਉਤਾਰੀ। ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਉਹਦੀ ਖਾਲ ਸ਼ਮਸ ਤਬਰੇਜ਼ ਦੀ ਖਾਲ ਜਿਹੜੀ ਹੈ ਉਹਨੂੰ ਪੁੱਠਾ ਟੰਗ ਕਰਕੇ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਜਦੋਂ ਬੱਕਰਾ ਆਦਿਕ ਆਪਾਂ ਝਟਕਾ ਦਿੰਦੇ ਤੇ ਬੱਕਰੇ ਦੀ ਵੀ ਪਿਆਰਿਓ ਖਾਲ ਹੁੰਦੀ ਹੈ, ਤੇ ਬੱਕਰੇ ਨੂੰ ਮਾਰਨ ਤੋਂ ਬਾਅਦ ਝਟਕਾਉਣ ਤੋਂ ਬਾਅਦ ਉਹਨੂੰ ਪੁੱਠਾ ਲਾ ਕਰਕੇ ਉਹਦੀ ਖਾਲ ਉਤਾਰੀ ਜਾਂਦੀ ਹੈ। ਲੇਕਿਨ ਇਹੋ ਜੀਆਂ ਵੀ ਸਜ਼ਾਵਾਂ ਹੋਈਆਂ ਕਿ ਖਲ ਨੂੰ ਉਤਾਰ ਦੇਣਾ। ਤੇ ਸਭ ਤੋਂ ਪਹਿਲੇ ਕਹਿੰਦੇ ਅਰਬ ਦੀ ਧਰਤੀ ਦੇ ਵਿੱਚ ਖਲ ਉਤਾਰਨ ਦੀ ਸਜ਼ਾ ਸ਼ਮਸ ਤਬਰੇ ਆਪਾਂ ਲਾ ਸਕਦੇ ਹਾਂ। ਤੇ ਆਪ ਵੇਖੋ ਕਿ ਬੱਕਰਾ ਆਦਿਕ ਔਰ ਵੀ ਜਿਹੜੇ ਜਾਨਵਰ ਹੁੰਦੇ ਹਨ ਤੇ ਉਹਨਾਂ ਦੀ ਵੀ ਖਲ ਪਿਆਰਿਓ ਜਦੋਂ ਲੱਗੀ ਹੋਈ ਹੁੰਦੀ ਨਾ ਸਰੀਰ ਦੇ ਉੱਤੇ, ਆਪਾਂ ਕਹਿ ਨਹੀਂ ਸਕਦੇ ਕਿ ਇਹਨਾਂ ਨੂੰ ਆਪਾਂ ਵੱਖਰੇ ਕਰਕੇ ਲਾ ਸਕਦੇ ਹਾਂ। ਲੇਕਿਨ ਪਿਆਰਿਓ ਜੀਵਤ ਵੀ ਜੇ ਆਪਾਂ ਚਾਹਿਆ ਖਲ ਅਪਲਾ, ਇਸ ਤਰ੍ਹਾਂ ਹੀ ਬੰਦਿਆਂ ਵੀ ਆਪਾਂ ਲਾ ਸਕਦੇ ਹਾਂ। ਤੇ ਇਹਨਾਂ ਨੇ ਸਜ਼ਾ ਦੇ ਦਿੱਤੀ ਕਿ ਸ਼ਮਸ ਤਬਰੇਜ਼ ਨੂੰ ਜਿਹੜਾ ਹੈ ਇਹਦੀ ਖਲ ਲਾਈ ਜਾਵੇ। ਜਦੋਂ ਪਿਆਰਿਓ ਆਪਾਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਜਦੋਂ ਪੜ੍ਹਦੇ ਤੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਉਹਦੇ ਵਿੱਚ ਪਿਆਰਿਓ ਇਹ ਬਚਨ ਆਪਾਂ ਯਾਦ ਕਰਦੇ ਹਾਂ, ਚੇਤੇ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਪੁੱਠੀਆਂ ਖੱਲਾਂ ਲੁਹਾਈਆਂ। ਇਹ ਜੋ ਆਪਾਂ ਬਚਨ ਪੜ੍ਹਦੇ ਹਾਂ, ਪੁੱਠੀਆਂ ਖੱਲਾਂ ਲੁਹਾਈਆਂ, ਇਹ ਸਜ਼ਾ ਪਿਆਰਿਓ ਸਿੰਘਾਂ ਨੂੰ ਵੀ ਦਿੱਤੀ ਗਈ ਸੀ। ਤੇ ਸਿੰਘਾਂ ਦਾ ਜਦੋਂ ਆਪਾਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਤੇ ਪਟਿਆਲੇ ਦੇ ਲਾਗੇ ਉਹ ਨਗਰ ਵੱਜਦਾ ਖਲਕਟ ਕਰਕੇ, ਨਾਮ ਉਹਦਾ ਹੈ ਖਲਕਟ। ਉਥੋਂ ਦੇ ਰਹਿਣ ਵਾਲੇ ਸਨ ਭਾਈ ਜੈ ਸਿੰਘ, ਤੇ ਵਿਚਾਰੇ ਆਪਣੀ ਕਿਰਸਾਨੀ ਦਾ ਕੰਮ ਕਰਦੇ ਸਨ ਤੇ ਸ਼ਹਿਰ ਤੋਂ ਬਾਹਰ, ਨਗਰ ਤੋਂ ਬਾਹਰ ਆਪਣੀ ਪੈੜੀ ਦੇ ਵਿੱਚ ਉਹ ਕੰਮ ਕਰ ਰਹੇ ਸਨ, ਆਪਣਾ ਖਿੱਤਾ ਕਰ ਰਹੇ ਸਨ। ਅਚਨਚੇਤ ਪਿਆਰਿਓ ਉਥੋਂ ਦਾ ਜਿਹੜਾ ਹਾਕਮ ਜਿਹੜਾ ਸੀ ਨਾ ਖਲਕਟ ਆਦਿਕ ਪਟਿਆਲੇ ਦਾ ਪੂਰਾ ਜੋ ਵੱਡਾ ਹਾਕਮ ਸੀ, ਉਹ ਆਪਣਾ ਲਾਵ ਲਸ਼ਕਰ ਲੈ ਕਰਕੇ ਜਾ ਰਿਹਾ ਸੀ। ਤਾਂ ਕੀ ਹੋਇਆ, ਉਹਨੇ ਜੋ ਲੁੱਟ ਦਾ ਸਮਾਨ ਜੋ ਉਹਨੇ ਲੁੱਟ ਕੇ ਲੈ ਕੇ ਆਉਣਾ ਕੀਤਾ, ਤੇ ਪਹਿਲੇ ਜ਼ਮਾਨੇ ਦੇ ਵਿੱਚ ਭਾਰ ਬਰਦਾਰੀ ਵੀ ਕਰਾਈ ਜਾਂਦੀ ਸੀ। ਤੇ ਜ਼ਿਆਦਾ ਕਰਕੇ ਇਹ ਲੋਕ ਰਾਜੇ ਮਹਾਰਾਜੇ ਜਦੋਂ ਲੁੱਟ ਕੇ ਲੈ ਕੇ ਜਾਂਦੇ ਨਾ ਸਮਾਨ ਆਦਿਕ, ਤੇ ਫਿਰ ਜੋ ਵੀ ਬੰਦਾ ਮਿਲ ਜਾਵੇ ਉਹਨੂੰ ਫੜ ਲੈਣਾ, ਚੱਲ ਭਾਈ ਆ ਤੇ ਆ ਭਾਰ ਜਿਹੜਾ ਚੁੱਕ ਕੇ ਲੈ ਕੇ ਜਾ, ਉੱਥੇ ਛੱਡ ਕੇ ਆ। ਜੇ ਇਹ ਕੰਮ ਨਹੀਂ ਕਰੇਗਾ ਤਾਂ ਉਹਨੂੰ ਸਜ਼ਾ ਦਿੰਦੇ ਸਨ। ਜਿਸ ਤਰ੍ਹਾਂ ਕਿ ਏਮਨਾਬਾਦ ਦੇ ਵਿੱਚ ਆਪਾਂ ਇਤਿਹਾਸ ਨੂੰ ਪੜ੍ਹਨਾ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜੰਗ ਹੋਈ ਸੀ ਨਾ ਬਾਬਰ ਦੀ ਤੇ ਏਮਨਾਬਾਦੀਆਂ ਦੇ ਪਠਾਣਾ ਦੀ, ਸਤਿਗੁਰੂ ਮਹਾਰਾਜ ਤਾਂ ਬੈਠੇ ਹੋਏ ਸਨ ਤੇ ਮਹਾਰਾਜ ਜੀ ਨੂੰ ਭਾਈ ਬਾਲੇ ਮਰਦਾਨੇ ਨੂੰ ਫੜ ਕਰਕੇ ਉਹਨਾਂ ਦੇ ਤਾਈਂ ਵੀ ਭਾਰ ਬਰਦਾਰੀ ਕਰਾਉਣੀ ਕੀਤੀ। ਇਸ ਤਰ੍ਹਾਂ ਹੀ ਭਾਈ ਜੈ ਸਿੰਘ ਆਪਣੀ ਪੈਲੀ ਦੇ ਵਿੱਚ ਕੰਮ ਕਰ ਰਹੇ ਸਨ ਤੇ ਕੁਝ ਸਿਪਾਹੀਆਂ ਨੇ ਜਾ ਕਰਕੇ ਭਾਈ ਜੈ ਸਿੰਘ ਨੂੰ ਫੜਨਾ ਕੀਤਾ ਤੇ ਕਿਹਾ ਕਿ ਆ ਭਾਰ ਬਰਦਾਰੀ ਕਰ, ਆ ਭਾਰ ਜਿਹੜਾ ਪੋਟਲਾ ਜਿਹੜਾ ਇਹਨੂੰ ਚੁੱਕ ਕਰਕੇ ਸਾਡੇ ਕਿਲੇ ਵਿੱਚ ਛੱਡ ਕੇ ਆ। ਤੇ ਭਾਈ ਜੈ ਸਿੰਘ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਬੋਲੋਗੇ ਮੈਂ ਤੁਹਾਡਾ ਕੰਮ ਕਰਾਂਗਾ, ਲੇਕਿਨ ਮੈਨੂੰ ਪਤਾ ਤਾਂ ਰਹਿਣਾ ਚਾਹੀਦਾ ਕਿ ਇਹ ਪੋਟਲੇ ਦੇ ਵਿੱਚ ਤੁਸਾਂ ਨੇ ਕੀ ਰੱਖਣਾ ਕੀਤਾ। ਉਹ ਕਹਿਣ ਲੱਗੇ ਇਹਦੇ ਵਿੱਚ ਤੰਬਾਕੂ ਹੈ, ਇਹਦੇ ਵਿੱਚ ਜਰਦਾ ਹੈ, ਉਹਨਾਂ ਨੇ ਕਿਹਾ। ਤੇ ਭਾਈ ਜੈ ਸਿੰਘ ਨੇ ਹੱਥ ਜੋੜ ਕਰਕੇ ਬਚਨ ਕਰ ਦਿੱਤਾ, ਹਾਕਮ ਨੂੰ ਕਿਹਾ ਕਿ ਹਾਕਮ ਸਾਹਿਬ ਬੇਸ਼ੱਕ ਦੂਜਾ ਕੋਈ ਭਾਰ ਜਿਹੜਾ ਹੈ ਇਹ ਤੋਂ ਦੁੱਗਣਾ ਭਾਰ ਤਿਗਣਾ ਭਾਰ ਜਿਹੜਾ ਮੈਨੂੰ ਚੁਕਵਾ ਦਿਓ, ਮੈਂ ਚੱਕ ਕੇ ਲੈ ਕੇ ਜਾਵਾਂਗਾ, ਖੁਸ਼ੀ ਖੁਸ਼ੀ ਕੰਮ ਕਰਕੇ ਆਵਾਂਗਾ,
ਲੇਕਿਨ ਜ਼ਰਦਾ ਤੰਬਾਕੂ ਜਿਹੜਾ ਹੈ ਇਹਨੂੰ ਹੱਥ ਲਾਉਣ ਦੀ ਵੀ ਇਜਾਜ਼ਤ ਮੇਰੇ ਧਰਮ ਦੇ ਵਿੱਚ ਨਹੀਂ ਹੈ। ਹੱਥ ਕੀ ਲਾਉਣਾ, ਅਸੀਂ ਤਾਂ ਉਹਦੇ ਵੱਲ ਵੇਖਦੇ ਵੀ ਨਹੀਂ ਹਾਂ। ਜੇ ਮੈਂ ਇਹ ਕੰਮ ਕਰਾਂਗਾ ਤੇ ਮੈਂ ਆਪਣੇ ਧਰਮ ਤੋਂ ਖਾਰਜ ਹੋ ਜਾਵਾਂਗਾ। ਜਦੋਂ ਇਹ ਵਚਨ ਕੀਤਾ ਤੇ ਅੱਗੋਂ ਹਾਕਮ ਵੀ ਰੋਬ ਦੇ ਵਿੱਚ ਆ ਗਿਆ। ਉਹ ਕਹਿਣ ਲੱਗਾ ਮੇਰਾ ਵਚਨ ਨਹੀਂ ਮੰਨਦਾ ਤੂੰ, ਹੁਣ ਤਾਂ ਤੈਨੂੰ ਆਈ ਪਹਾੜ ਚੁਕਾਉਣਾ ਹੈ। ਤੇ ਭਾਈ ਜੈ ਸਿੰਘ ਕਹਿਣ ਲੱਗੇ ਭਾਵੇਂ ਮੈਨੂੰ ਮਾਰ ਦਿਓ, ਭਾਵੇਂ ਮੈਨੂੰ ਖਤਮ ਕਰ ਦਿਓ, ਲੇਕਿਨ ਆ ਜਰਦਾ ਜਿਹੜਾ ਹੈ ਇਹਦੇ ਨਾਲ ਮੈਂ ਸਪਰਸ਼ ਨਹੀਂ ਕਰਨਾ, ਇਹਨੂੰ ਹੱਥ ਨਹੀਂ ਲਾਉਣਾ। ਜਦੋਂ ਇਹ ਵਚਨ ਕੀਤਾ ਤੁਰੰਤ ਭਾਈ ਜੈ ਸਿੰਘ ਨੂੰ ਫੜ ਲਿਆ ਗਿਆ ਤੇ ਇਹਨਾਂ ਨੇ ਕਹਿ ਦਿੱਤਾ ਕਿ ਇਹਨੂੰ ਮਾਰੋ। ਮਾਰ ਕਰਕੇ ਪੁੱਠਾ ਟੰਗ ਕਰਕੇ ਇਹਦੀ ਖੱਲ ਜਿਹੜੀ ਹੈ ਇਹਦੀ ਖੱਲ ਲੁਹਾ ਦਿੱਤੀ ਜਾਵੇ। ਤਾਂ ਪਿਆਰਿਓ ਉਹਨਾਂ ਦੀ ਪੈੜੀ ਦੇ ਵਿੱਚ ਹੀ ਦਰਖਤ ਦੇ ਨਾਲ ਉਹਨਾਂ ਨੂੰ ਪੁੱਠਾ ਟੰਗ ਕਰਕੇ ਜ਼ਾਲਮਾਂ ਨੇ ਜਿਉਂਦੇ ਜੀ ਤੇ ਜੈ ਸਿੰਘ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਸ਼ਹੀਦ ਹੋ ਗਏ, ਲੇਕਿਨ ਉਹਨਾਂ ਨੇ ਤੰਬਾਕੂ ਦੇ ਨਾਲ ਸਪਰਸ਼ ਨਹੀਂ ਕਰਨਾ ਕੀਤਾ। ਇਹ ਤੋਂ ਪਿਆਰਿਓ ਸਾਨੂੰ ਪਤਾ ਲੱਗਦਾ ਕਿ ਸਤਿਗੁਰੂ ਮਹਾਰਾਜ ਜੀ ਦਾ ਵਚਨ, ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਸਾਡਾ ਜਿਹੜਾ ਸਿੱਖ ਹੈ ਇਹਨੂੰ ਤਨਕ ਇਹਦੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ। ਸੇਵਨ ਦੀ ਤਾਂ ਕੀ ਗੱਲ ਹੈ, ਇਹਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ। ਲੇਕਿਨ ਕਈ ਪਿਆਰਿਓ ਕੀ ਕਰਦੇ ਹਨ, ਮਾਇਆ ਦੇ ਵਸ ਜਾਂ ਇਹ ਨਸ਼ੇ ਆਦਿਕ ਕਰਨ ਵਾਸਤੇ ਇਹਨਾਂ ਦੀ ਵੀ ਗੁਰੂ ਕੇ ਸਿੱਖ ਰਹਿ ਕਰਕੇ ਦੁਰਵਰਤੋਂ ਕਰਦੇ। ਲੇਕਿਨ ਇਹ ਸਭ ਤੋਂ ਵੱਡੀ ਬੱਜਰ ਕੁਰੈਤ ਹੈ। 4 ਬੱਜਰ ਕੁਰੈਤਾਂ ਦੇ ਵਿੱਚ ਇਹ ਵੀ ਵਚਨ ਆਪਾਂ ਨੂੰ ਇਹ ਵੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜ਼ਰਦਾ, ਤੰਬਾਕੂ, ਬੀੜੀ ਆਦਿਕ ਜਾਂ ਇਹਦੇ ਨਾਲ ਬਣੀ ਹੋਈ ਕੋਈ ਵੀ ਚੀਜ਼ ਜਿਹੜਾ ਹੈ ਖਾਲਸੇ ਨੇ ਨਹੀਂ ਵਰਤਣੀ ਹੈ। ਇਸ ਤਰ੍ਹਾਂ ਪਿਆਰਿਓ ਭਾਈ ਜੈ ਸਿੰਘ ਖਲਕਟ ਜਿਹੜੇ ਹਨ ਉਹਨਾਂ ਨੂੰ ਵੀ ਪੁੱਠਾ ਟੰਗ ਕਰਕੇ ਉਹਨਾਂ ਦੀਆਂ ਵੀ ਪੁੱਠੀਆਂ ਖੱਲਾਂ ਲੁਹਾ ਦਿੱਤੀਆਂ ਸਨ। ਤੇ ਬਾਅਦ ਵਿੱਚ ਔਰ ਵੀ ਬੇਅੰਤ ਜੋ ਸਿੰਘ ਹਨ, ਜੁਝਾਰੂ ਸਿੰਘ, ਨਖਾਸ ਚੌਂਕ ਦੇ ਵਿੱਚ ਵੀ ਕਈ ਸਿੰਘਾਂ ਨੂੰ ਫੜ ਕਰਕੇ ਉਹਨਾਂ ਦੀ ਵੀ ਪੁੱਠੀ ਖੱਲ ਲੁਹਾ ਦਿੱਤੀ ਗਈ ਹੈ। ਦਇਓ ਛੋਰ ਬਹਿ ਸਰੋਣਾ ਧਾਰੀ, ਤੇ ਦਇਓ ਸ਼ੋਰ ਜਦੋਂ ਉਹਨਾਂ ਦੀ ਖੱਲ ਲਾ ਲਿੱਤੀ ਗਈ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ। ਜਦੋਂ ਉਹਨਾਂ ਦੀ ਖੱਲ ਲੈ ਗਈ ਤਾਂ ਪਿਆਰਿਓ ਪੂਰਾ ਸਰੀਰ ਜਿਹੜਾ ਲਹੂ ਦੇ ਨਾਲ ਭਿੱਜ ਗਿਆ। ਭਇਓ ਕੁਰੂਪ ਭਿਆਨਕ ਭਾਰੀ, ਸਰੀਰ ਜਿਹੜਾ ਬਹੁਤ ਜ਼ਿਆਦਾ ਕਰੋਪੀ ਦੇ ਨਾਲ, ਗੰਦਗੀ ਦੇ ਨਾਲ ਭਰ ਗਿਆ। ਕਿਉਂਕਿ ਸਰੀਰ ਜਿਹੜਾ ਨਾ ਕੁਦਰਤ ਦੀ ਪਿਆਰਿਓ ਇਹੋ ਜਿਹੀ ਰਚਨਾ ਹੈ। ਹਾਡੀਆਂ ਜਿਹੜੀਆਂ ਹਨ ਮਾਸ ਮੱਝਾ ਤੇ ਅੰਦਰ ਬਾਹਰ ਚਿੱਟੇ ਪੌਂਚੇ ਨਾਲ ਪਹੁੰਚਿਆ ਮੁਨਾਰਾ ਸੋਨਾ, ਅੰਦਰ ਲਹੂ ਪਾਕ ਮਲ ਮੂਤ ਭਰ ਗੰਦਾ ਹੈ। ਸਰੀਰ ਪਿਆਰਿਓ ਬਸ ਪ੍ਰਮਾਤਮਾ ਨੇ ਆ ਪੋਚਾ ਜਿਹੜਾ ਇੱਕ ਚਮੜੀ ਦਾ ਪੋਚਾ ਲਾ ਦਿੱਤਾ, ਜਿਸ ਕਰਕੇ ਸਰੀਰ ਜਿਹੜਾ ਸਾਡਾ ਬਹੁਤ ਵਧੀਆ ਖੂਬਸੂਰਤ ਨਜ਼ਰ ਆਉਂਦਾ। ਲੇਕਿਨ ਕਦੇ ਉਸ ਖਲ ਨੂੰ, ਚਮੜੀ ਨੂੰ ਹਟਾ ਕੇ ਵੇਖੋ, ਅੰਦਰ ਲਹੂ ਪਾਕ ਮਲ ਮੂਤ ਭਰ ਗੰਦਾ ਹੈ। ਸਰੀਰ ਅੰਦਰ ਖਾਤੇ ਮਲ ਦੇ ਨਾਲ, ਮੂਤਰ ਦੇ ਨਾਲ, ਲਹੂ ਪਾਕ ਦੇ ਨਾਲ, ਮਾਸ ਦੇ ਨਾਲ, ਮੱਜਿਆਂ ਦੇ ਨਾਲ, ਹਾਡੀਆਂ ਦੇ ਨਾਲ, ਤੇ ਇਹ ਗੰਦਾ ਸਰੀਰ ਜਿਹੜਾ ਹੈ ਪੂਰਾ ਭਰਿਆ ਹੋਇਆ। ਲੇਕਿਨ ਬਾਹਰੋਂ ਪ੍ਰਮਾਤਮਾ ਨੇ ਇਹਨੂੰ ਇੱਕ ਸੋਹਣੀ ਜਿਹੀ ਖੱਲ ਜਿਹੜੀ ਹੈ, ਇੱਕ ਚਮੜੀ ਲਾ ਦਿੱਤੀ, ਜਿਸ ਕਰਕੇ ਬੰਦਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਨਜ਼ਰ ਆਉਂਦਾ। ਤੇ ਜਦੋਂ ਇਹਨਾਂ ਦੀ ਖੱਲ ਲਾ ਦਿੱਤੀ ਗਈ ਤੇ ਬਹੁਤ ਕਰੂਪ ਇਹ ਨਜ਼ਰ ਆ ਰਹੇ ਹਨ। ਪੂੰ ਪਰਗੇ ਸਭ ਅੰਗ ਮਝਾਰੇ, ਉਹਨਾਂ ਦੇ ਅੰਗ ਦੇ ਵਿੱਚੋਂ ਪੂੰ ਪਾਕ ਜਿਹੜਾ ਹੈ ਉਹ ਨਿਕਲ ਰਿਹਾ ਹੈ, ਗੰਦਗੀ ਦਾ ਸਰਾਬ ਹੋ ਰਿਹਾ ਹੈ। ਭਿੰਨ ਕਹਿ ਮਾਖੀ ਚੌਂ ਦਿਸ਼ ਮਾਹੀ, ਮੱਖੀਆਂ ਜਿਹੜੀਆਂ ਹਨ ਇਹਨਾਂ ਦੇ ਉੱਤੇ ਭਿੰਨਾਂ ਰਹੀਆਂ ਸਨ। ਜਦੋਂ ਵੀ ਇਸ ਤਰ੍ਹਾਂ ਜੇ ਕੋਈ ਨਿੱਕਾ ਜਿਹਾ ਫੋੜਾ ਫਿਣਸੀ ਵੀ ਹੋ ਜਾਵੇ, ਮੱਖੀਆਂ ਆ ਕਰਕੇ ਉਹਨਾਂ ਦੇ ਉੱਤੇ ਬਹਿ ਜਾਂਦੀਆਂ। ਦੇਖੋ ਕਿਹੋ ਜਿਹਾ ਹਾਲ ਹੋਵੇਗਾ ਉਹਨਾਂ ਮਹਾਂਪੁਰਖਾਂ ਦਾ। ਸਰੀਰ ਜੋ ਹੈ ਇਸ ਤਰ੍ਹਾਂ ਲਹੂ ਪਾਕ ਦੇ ਨਾਲ ਭਰਿਆ ਹੋਇਆ, ਉਤੋਂ ਮੱਖੀਆਂ ਆ ਕਰਕੇ ਡੰਗਾ ਮਾਰਦੀਆਂ। ਕੋ ਸਮੀਪ ਆਵਨ ਦੇ ਨਾਹੀ, ਇੰਨੀ ਗਾਂਦੀ ਸਰੀਰ ਦੇ ਵਿੱਚੋਂ ਬਦਬੂ ਆ ਰਹੀ ਸੀ, ਗੰਦਗੀ ਦੇ ਨਾਲ ਸਰੀਰ ਭਰ ਗਿਆ, ਕੋਈ ਇਹਨਾਂ ਦੇ ਲਾਗੇ ਨਹੀਂ ਜਾ ਰਿਹਾ ਹੈ। ਤਾਹਿ ਦੇਸ਼ ਕੋ ਛੋਰ ਸਿਧਾਰਾ, ਸ਼ਮਸ ਤਬਰੇਜ਼ ਨੇ ਕੀ ਕਰਨਾ ਕੀਤਾ, ਫਿਰ ਵੀ ਜਦੋਂ ਸਰੀਰ ਦਾ ਕੁਝ ਹਿੱਸਾ ਇਹਨਾਂ ਨੇ ਖੱਲ ਲਵਾ ਦਿੱਤੀ
ਤੇ ਫਿਰ ਉਥੋਂ ਬਚ ਕਰਕੇ ਦੂਜੇ ਦੇਸ਼ ਦੇ ਵਿੱਚ ਨਿਕਲ ਗਏ। ਆਵਤ ਭਾ ਮੁਲਤਾਨ ਮਝਾਰਾ, ਉਥੋਂ ਚੱਲ ਕਰਕੇ ਇਹ ਮੁਲਤਾਨ ਦੇਸ਼ ਦੇ ਵਿੱਚ ਆਏ ਹਨ। ਸੁਦਾ ਬਿਖੈ ਆਤੁਰ ਵੈ ਸੂ, ਜਦੋਂ ਮੁਲਤਾਨ, ਕਿਉਂਕਿ ਇਹ ਅਸਲ ਦੇ ਵਿੱਚ ਰੂਮ ਵਿਲਾਇਤ ਦੇਸ਼ ਦੇ ਰਹਿਣ ਵਾਲੇ ਸੀ, ਫਿਰ ਰੂਮ ਵਿਲਾਇਤ ਦੇਸ਼ ਨੂੰ ਛੱਡ ਕਰਕੇ ਇਹ ਮੁਲਤਾਨ ਦੇ ਵਿੱਚ ਆਏ। ਮੁਲਤਾਨ ਦੇ ਵਿੱਚ ਜਦੋਂ ਪਹੁੰਚੇ ਬਹੁਤ ਡਾਢੀ ਇਹਨਾਂ ਨੂੰ ਭੁੱਖ ਲੱਗੀ ਹੈ। ਜਾਚਹਿ ਅੰਨ ਦੇਤ ਨਹਿ ਕੋ, ਜਾ ਕਰਕੇ ਜਦੋਂ ਅੰਨ ਦੀ ਮੰਗ ਕਰਦੇ ਹਨ, ਕੋਈ ਇਹਨਾਂ ਨੂੰ ਅੰਨ ਨਹੀਂ ਦਿੰਦਾ, ਕੋਈ ਪ੍ਰਸ਼ਾਦਾ ਨਹੀਂ ਦਿੰਦਾ। ਤਬ ਇੱਕ ਮੀਨ ਮੰਗਤੇ ਪਾਈ, ਤਾਂ ਫਿਰ ਪਿਆਰਿਓ ਮੰਗਦਿਆਂ ਇੱਕ ਜਿਹੜਾ ਮਾਛੀ ਜਿਹੜਾ ਸੀ, ਮੱਛੀਆਂ ਨੂੰ ਪਕੜਨ ਵਾਲਾ ਝਿਊੜ ਜਿਹੜਾ ਹੈ, ਉਹਨੂੰ ਜਦੋਂ ਮੰਗ ਕੀਤੀ, ਉਹਨੇ ਕਿਹਾ ਕਿ ਬਾਬਾ ਹੈ ਮੇਰੇ ਕੋਲ ਤਾਂ ਕੁਛ ਲੈ ਕੇ ਜਾਣਾ, ਚੱਲ ਇਹਨਾਂ ਦੇ ਵਿੱਚੋਂ ਇੱਕ ਮੱਛੀ ਤੈਨੂੰ ਦੇ ਦਿੰਦਾ ਹਾਂ। ਨਹਿ ਭੁਰਜਨ ਦੇਵੇਂ ਕਿਸ ਥਾਈ, ਤੇ ਜਦੋਂ ਉਹ ਲੈ ਲਿਆ ਤੇ ਸਿੱਧਾ ਮੱਛੀ ਵੀ ਕੋਈ ਖਾ ਨਹੀਂ ਸਕਦਾ ਤੇ ਉਹਨੂੰ ਭੁੰਨਣ ਵਾਸਤੇ ਵੀ ਕੋਈ ਨਹੀਂ ਦੇ ਰਿਹਾ ਹੈ। ਆਏ ਸ਼ਹਿਰ ਬੈਠਿਓ ਇੱਕ ਥਾਂ, ਤੇ ਸ਼ਹਿਰ ਦੇ ਵਿੱਚ ਆ ਕਰਕੇ ਸ਼ਮਸ ਤਬਰੇਜ਼ ਇੱਕ ਅਸਥਾਨ ਤੇ ਬੈਠਿਆ। ਇਉਂ ਸੂਰਜ ਸੋਂ ਬਚਨ ਬਖਾਨਾ, ਉਹਨੇ ਕੀ ਕਰਨਾ ਕੀਤਾ, ਸ਼ਮਸ ਤਬਰੇਜ਼ ਨੇ ਸੂਰਜ ਜਿਹੜਾ ਚੜਿਆ ਹੋਇਆ, ਸੂਰਜ ਦੇ ਤਾਂ ਹੀ ਬਚਨ ਉਚਾਰਨ ਕੀਤਾ। ਸ਼ਮਸ ਨਾਮ ਹੈ ਇੱਕ ਮਮ ਤੋਰਾ, ਕਿਉਂਕਿ ਸ਼ਮਸ ਜੋ ਨਾਮ ਹੈ, ਸੂਰਜ ਨੂੰ ਵੀ ਅਰਬੀ ਫਾਰਸੀ ਦੇ ਵਿੱਚ ਸ਼ਮਸ ਕਿਹਾ ਜਾਂਦਾ। ਤੇ ਸ਼ਮਸ ਤਬਰੇਜ਼ ਦੀ ਬੋਲਦੇ ਹਨ ਕਿ ਭਾਈ ਤੇਰਾ ਨਾਮ ਵੀ ਸ਼ਮਸ ਹੈ ਤੇ ਮੇਰਾ ਵੀ ਨਾਮ ਸ਼ਮਸ ਹੈ। ਜਾਂ ਤੇ ਕਾਜ ਕਰੋ ਤੁਮ ਮੇਰਾ, ਇਸ ਕਰਕੇ ਤੂੰ ਮੇਰੇ ਨਾਮ ਵਰਗਾ ਹੀ ਹੈ ਤੇ ਮੇਰਾ ਕੰਮ ਭਾਈ ਤੂੰ ਕਰਨਾ ਕਰ। ਨੀਚੇ ਆਣ ਭੁਰਜੀਏ ਮੀਨਾ, ਆ ਤੂੰ ਧਰਤੀ ਤੇ ਲਾਗੇ ਆ ਕਰਕੇ ਆ ਮੇਰੀ ਮੱਛੀ ਜਿਹੜੀ ਹੈ, ਮੈਨੂੰ ਭੁੱਖ ਲੱਗੀ ਹੋਈ ਹੈ, ਇਹਨੂੰ ਭੁੰਨ ਦੇ। ਪੁਨ ਖਾਵੋ ਮੈਂ ਛੁਦਾ ਅਧੀਨਾ, ਫਿਰ ਬਾਅਦ ਦੇ ਵਿੱਚ ਇਹਨੂੰ ਮੈਂ ਛਕਾਂਗਾ ਤੇ ਛਕ ਕਰਕੇ ਆਪਣੀ ਮੈਨੇ ਭੁੱਖ ਦੀ ਤ੍ਰਿਪਤੀ ਕਰਨੀ ਹੈ। ਤਬ ਸਬਤਾ ਨੀਚੇ ਕੋ ਆਇਆ, ਤਾਂ ਕਹਿੰਦੇ ਹਨ, ਇਹ ਕਥਾ ਆਉਂਦੀ ਹੈ ਕਿ ਜਦੋਂ ਬਚਨ ਕਰਨਾ ਕੀਤਾ, ਸੂਰਜ ਦਾ ਪ੍ਰਕਾਸ਼ ਬਹੁਤ ਜ਼ਿਆਦਾ ਤੇਜ਼ ਹੋ ਗਿਆ, ਬਹੁਤ ਇੱਕਦਮ ਗਰਮੀ ਵੱਧ ਗਈ। ਤਪਿਓ ਤੇਜ ਜਹ ਅਧਿਕ ਵਧਾਇਆ, ਬਹੁਤ ਜ਼ਿਆਦਾ ਤੇਜ਼ ਜਦੋਂ ਤਪਤ ਦੇ ਵਿੱਚ, ਤਪਸ਼ ਦੇ ਵਿੱਚ ਆ ਗਿਆ ਹੈ। ਤਪਤ ਲੋਕ ਅਤਿਸ਼ੈ ਅਕੁਲਾਏ, ਸਾਰੇ ਲੋਕ ਜਿਹੜੇ ਹਨ ਤਪ ਰਹੇ ਸਨ, ਬੜੇ ਵਿਆਕੁਲ ਹੋ ਰਹੇ ਹਨ। ਮਹਿਮਾ ਲਖੀ ਪਰੇ ਤਬ ਪਾਏ, ਤਾਂ ਉਹਨਾਂ ਨੂੰ ਪਤਾ ਚੱਲਿਆ, ਸੰਤਾਂ ਦੀ ਮਹਿਮਾ ਨੂੰ ਉਹਨਾਂ ਨੇ ਜਾਣਨਾ ਕੀਤਾ। ਸਾਰੇ ਲੋਕਾਂ ਨੇ ਆ ਕਰਕੇ ਇਹਨਾਂ ਦੇ ਪੈਰੀ ਪੈਣਾ ਕੀਤਾ। ਸਭ ਪ੍ਰਕਾਰ ਕੀ ਸੇਵਾ ਠਾਨੀ, ਹਰ ਪ੍ਰਕਾਰ ਦੇ ਨਾਲ ਇਹਨਾਂ ਨੇ ਫਿਰ ਸ਼ਮਸ ਦੀ ਸੇਵਾ ਕਰਨੀ ਕੀਤੀ। ਸੇਵਕ ਭਏ ਕਰਮ ਮਨ ਬਾਨੀ, ਮਨ ਬਾਣੀ ਕਰਮ ਕਰਕੇ ਸਾਰੇ ਜੋ ਹਨ ਸ਼ਮਸ ਤਬਰੇਜ਼ ਜੀ ਦੇ ਸੇਵਕ ਬਣ ਗਏ। ਤਬ ਤੇ ਸ਼ਮਸ ਰਹਿਓ ਤੈ ਥਾਨਾ, ਤਦੋਂ ਤੋਂ ਕਹਿੰਦੇ ਹਨ ਸ਼ਮਸ ਜੀ ਜੋ ਹਨ ਇੱਥੇ ਉਹ ਰਹਿ ਪਏ ਸੀ। ਸਭ ਤੇ ਅਜ਼ਮਤ ਜਾਹ ਮਹਾਨਾ, ਤੇ ਸਾਰਿਆਂ ਤੋਂ ਉਹਨਾਂ ਦੀ ਜੋ ਹੈ ਅਜ਼ਮਤ, ਉਹਨਾਂ ਦੀ ਜੋ ਕਰਾਮਾਤ, ਸਭ ਤੋਂ ਵੱਡੇ ਇਹ ਕਰਾਮਾਤੀ ਅਜ਼ਮਤੀ ਹਨ। ਇਸ ਪ੍ਰਕਾਰ ਕੋ ਹੁਤੋ ਪ੍ਰਸੰਗ, ਇਸ ਤਰ੍ਹਾਂ ਦਾ ਜੋ ਪ੍ਰਸੰਗ ਜਿਹੜਾ ਇੱਥੇ ਕਵੀ ਰਾਜ ਜੀ ਨੇ ਵਰਣਨ ਕਰਨਾ ਕੀਤਾ। ਜੇ ਪਿਆਰਿਓ ਸ਼ਮਸ ਤਬਰੇਜ਼ ਦੀ ਆਪਾਂ ਗੱਲ ਕਰਦੇ ਆਂ, ਇਸ ਇਤਿਹਾਸ ਨੂੰ ਵੇਖਦੇ ਆਂ, ਪੜ੍ਹਦੇ ਆਂ, ਤੇ ਇਹ ਬਚਨ ਸਾਨੂੰ ਪ੍ਰਾਪਤ ਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਤੋਂ ਤਕਰੀਬਨ 250 ਸਾਲ ਪਹਿਲਾਂ ਸ਼ਮਸ ਤਬਰੇਜ਼ ਜੀ ਹੋਏ ਸਨ। ਉਹਨਾਂ ਦਾ ਕਾਲਖੰਡ ਉਹ ਵੱਜਦਾ ਹੈ। ਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਚਲਾਣਾ ਕਰ ਗਏ, ਉਹਨਾਂ ਦਾ ਜੋ ਸਿਲਸਿਲਾ ਚਲਾ ਆ ਰਿਹਾ ਸੀ, ਤੇ ਅਗਲਾ ਜਿਹੜਾ ਜੋ ਵੀ ਮਹਾਂਪੁਰਖ ਹੁੰਦਾ ਤੇ ਉਹਨਾਂ ਨੂੰ ਵੀ ਉਹ ਉਹੀ ਬੋਲਦੇ ਸਨ, ਇਹ ਸ਼ਮਸ ਜੀ ਦੇ ਇਹ ਗੱਦੀ ਦੇ ਉੱਤੇ ਬੈਠੇ ਹੋਏ। ਜਿਸ ਤਰ੍ਹਾਂ ਕਿ ਸਿੱਖਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ, ਗੁਰੂ ਮਹਾਰਾਜ ਜੀ ਦੇ ਕਾਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ 10 ਪਾਤਸ਼ਾਹੀਆਂ ਹੋਈਆਂ, ਤੇ 10 ਪਾਤਸ਼ਾਹੀਆਂ ਦੇ ਵਿੱਚ ਕੋਈ ਦੂਜੇ ਪਾਤਸ਼ਾਹੀ ਜੀ ਮਹਾਰਾਜ ਜੀ ਨੂੰ ਜ਼ਿਆਦਾ ਕਰਕੇ ਤਾਂ ਇਹੀ ਬੋਲਦੇ ਕਿ ਇਹ ਦੂਜੇ ਨਾਨਕ ਹਨ, ਇਹ ਤੀਜੇ ਨਾਨਕ ਹਨ, ਇਹ 5ਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇਸ ਤਰ੍ਹਾਂ ਹੀ ਪਿਆਰਿਓ ਉਹਨਾਂ ਦਾ ਜੋ ਗੱਦੀ ਨਸ਼ੀਨ ਹੁੰਦਾ, ਜਿਸ ਤਰ੍ਹਾਂ ਕਿ ਫਰੀਦ ਸਾਹਿਬ ਜੀ ਦਾ ਵੀ ਸਿਲਸਿਲਾ ਜੋ ਚੱਲ ਰਿਹਾ ਸੀ, ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਕ ਪਟਣ ਦੀ ਧਰਤੀ ਤੇ ਪਹੁੰਚੇ, ਉਸ ਵੇਲੇ ਮੌਜੂਦਾ ਮਹਾਂਪੁਰਖ ਜਿਹੜੇ ਹਨ ਉਹਨਾਂ ਦਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ ਫਰੀਦ ਸਾਨੀ ਕਰਕੇ
ਉਹਨਾਂ ਨੂੰ ਲੋਕੀ ਕਹਿੰਦੇ ਸਨ, ਬਚਨ ਕਰਦੇ ਸਨ। ਉਹ ਫਰੀਦ ਸਾਹਿਬ ਜੀ ਦੀ ਗੱਦੀ ਦੇ ਉੱਤੇ ਸ਼ੇਖ ਬ੍ਰਹਮ ਜੀ ਉਹਨਾਂ ਦਾ ਨਾਮ ਸੀ, ਤੇ ਪਿਆਰ ਦੇ ਨਾਲ ਫਰੀਦ ਸਾਨੀ ਉਹਨਾਂ ਨੂੰ ਕਿਹਾ ਜਾਂਦਾ ਸੀ। ਇਸ ਤਰ੍ਹਾਂ ਹੀ ਇਹਨਾਂ ਦਾ ਜੋ ਸਿਲਸਿਲਾ ਚੱਲ ਰਿਹਾ ਸੀ, ਖਾਨਖਾਨਾ ਇਹਨਾਂ ਦਾ ਜੋ ਚੱਲ ਰਿਹਾ ਸੀ, ਜਿਹੜਾ ਵੀ ਗੱਦੀ ਨਸ਼ੀਨ ਹੁੰਦਾ, ਮੌਜੂਦਾ ਮਹਾਂਪੁਰਖ ਹੁੰਦਾ, ਉਹਨਾਂ ਨੂੰ ਵੀ ਇਹ ਸ਼ਮਸ ਤਬਰੇਜ਼ ਇਹ ਲਕਬ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਨੂੰ ਕਿ ਇਹ ਜੋ ਪ੍ਰਸੰਗ ਅਸੀਂ ਨਹੀਂ ਕਹਿ ਰਹੇ ਹਾਂ, ਇਹ ਇਤਿਹਾਸ ਦੇ ਵਿੱਚ ਆਪਣਾ ਆਪਣਾ ਪਿਆਰਿਓ ਇਤਿਹਾਸ ਹੈ, ਆਪਣੀ ਆਪਣੀ ਮੱਤ ਹੈ। ਤੇ ਜਦੋਂ ਵੀ ਆਪਾਂ ਵੇਖਦੇ ਹਾਂ ਸਿੱਖਾਂ ਦਾ ਇਤਿਹਾਸ ਜੇ ਪੜ੍ਹਨਾ ਹੋਵੇ ਤੇ ਸਿੱਖਾਂ ਦਾ ਸਾਹਿਤ ਪੜ੍ਹਨਾ ਪਵੇਗਾ। ਇਸ ਤਰ੍ਹਾਂ ਹੀ ਇਸਲਾਮੀ ਮੱਤ ਦਾ, ਉਹਨਾਂ ਦਾ ਇਤਿਹਾਸ, ਉਹਨਾਂ ਦੇ ਜੋ ਸਾਧੂ ਸੰਤ ਹੋਏ, ਉਹਨਾਂ ਦੀ ਜਾਣਕਾਰੀ ਲੈਣੀ ਹੈ ਤੇ ਉਹਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਮਹਾਰਾਜ ਕਹਿਣ ਲੱਗੇ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ, ਉਹਨਾਂ ਦੇ ਇਤਿਹਾਸ ਦੇ ਵਿੱਚ ਸ਼ਮਸ ਤਬਰੇਜ਼ ਦਾ ਇੰਜ ਬਚਨ ਆਉਂਦਾ, ਇੰਜ ਉਹਨਾਂ ਦਾ ਇਤਿਹਾਸ ਦਰਜ ਹੈ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਮੁਲਤਾਨ ਸ਼ਮਸ ਪ੍ਰਸੰਗ ਵਰਣਨੰ ਨਾਮ 37ਵਾਂ ਅਧਿਆਇ। ਇੱਥੇ ਪਿਆਰਿਓ 37ਵਾਂ ਅਧਿਆਇ ਉਹਦੀ ਸਮਾਪਤੀ ਹੋਈ ਹੈ। ਅਗਲਾ ਜੋ ਅਧਿਆਇ ਉਹਦੀ ਆਰੰਭਤਾ ਹੈ ਜੀ। ਦੋਹਰਾ ਸਤਿਗੁਰ ਸ਼ਬਦ ਸਹਾਇ ਲੈ ਨਾਮ ਜਪਨ ਹਥਿਆਰ। ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਜੋ ਨਵਾਂ ਇਤਿਹਾਸ ਸ਼ੁਰੂ ਹੋਣ ਵਾਲਾ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਉਹਨਾਂ ਨੇ ਮੰਗਲਾਚਰਨ ਕਰਨਾ ਕੀਤਾ ਤੇ ਸ਼ਬਦ ਦੀ ਮਹਿਮਾ ਦਾ ਉਹਨਾਂ ਨੇ ਉਚਾਰਨ ਕਰਨਾ ਕੀਤਾ। ਕਿਹਾ ਕਿ ਸਤਿਗੁਰ ਸ਼ਬਦ ਸਹਾਇ ਲੈ ਨਾਮ ਜਪਨ ਹਥਿਆਰ, ਕਿ ਜਦੋਂ ਆਪਾਂ ਨਾਮ ਜਪਦੇ ਆਂ, ਬਾਣੀ ਪੜ੍ਹਦੇ ਆਂ, ਇਹ ਜਾਣੋ ਕਿ ਤੁਸਾਂ ਨੇ ਹਥਿਆਰ ਨੂੰ ਧਾਰਨ ਕਰਨਾ ਕੀਤਾ। ਤੇ ਹਥਿਆਰ ਨੂੰ ਧਾਰਨ ਕਰਨ ਤੋਂ ਬਾਅਦ ਪਿਆਰਿਓ ਸਭ ਤੋਂ ਵੱਡੇ ਫਿਰ ਸਭ ਤੋਂ ਜ਼ਿਆਦੀ ਫਿਰ ਸੂਰਮੇ ਨੂੰ ਸਹਾਇਤਾ ਦੀ ਵੀ ਲੋੜ ਪੈਂਦੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕੋਈ ਬੰਦਾ ਜਿਹੜਾ ਹੁੰਦਾ ਬਹੁਤ ਤਗੜਾ ਸੂਰਮਾ ਹੁੰਦਾ, ਬਹੁਤ ਉਹਦੇ ਕੋਲ ਵਧੀਆ ਤੋਂ ਵਧੀਆ ਸ਼ਸਤਰ ਹੁੰਦੇ ਹਨ, ਲੇਕਿਨ ਉਹਨੂੰ ਸਹਾਇਤਾ ਕਿਤੋਂ ਪ੍ਰਾਪਤ ਨਹੀਂ ਹੁੰਦੀ ਹੈ। ਜੇ ਸਹਾਇਤਾ ਪ੍ਰਾਪਤ ਨਾ ਹੋਵੇ ਤੇ ਕਈ ਵਾਰੀ ਵੱਡੇ ਵੱਡੇ ਸੂਰਮੇ ਵਧੀਆ ਸ਼ਾਸਤਰ ਵਾਲੇ ਵੀ ਜਿਹੜੇ ਹਨ ਫੇਲ ਹੋ ਜਾਂਦੇ ਹਨ। ਸੂਰਮਾ ਵੀ ਚਾਹੀਦਾ ਹੈ, ਸ਼ਾਸਤਰ ਵੀ ਚਾਹੀਦੇ ਹਨ, ਤੇ ਸੂਰਮੇ ਨੂੰ ਸਹਾਇਤਾ ਦੇਣ ਵਾਲੇ ਵੀ ਚਾਹੀਦੇ ਹਨ। ਤੇ ਇੱਥੇ ਇੱਕ ਅਲੰਕਾਰ ਪੇਸ਼ ਕਰਕੇ ਕਵੀ ਰਾਜੀ ਨੇ ਬਚਨ ਉਚਾਰਨ ਕੀਤਾ ਗਿਆ ਕਿ ਨਾਮ ਜਪਨ ਹਥਿਆਰ, ਨਾਮ ਜਪਨ ਰੂਪੀ ਹਥਿਆਰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਜੋ ਸ਼ਬਦ ਦੀ ਕਮਾਈ ਕਰਨੀ ਹੈ, ਗੁਰਬਾਣੀ ਦੀ ਕਮਾਈ ਕਰਨੀ, ਗੁਰਬਾਣੀ ਦਾ ਅਭਿਆਸ ਕਰਦਾ, ਇਹਦੀ ਮੈਂ ਸਹਾਇਤਾ ਪ੍ਰਾਪਤ ਕਰਕੇ ਮਨ ਰਿਪ ਜੀਤੈ ਮਨੁਜ ਜੇ ਦਵੈ ਲੋਕਨ ਸੁਖ ਰਾਜ। ਤੇ ਹੁਣ ਜੰਗ ਕਿਹਦੇ ਨਾਲ ਹੋ ਰਿਹਾ? ਮਨ ਰੂਪੀ ਵੈਰੀ ਦੇ ਨਾਲ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਭਾਵ ਕੇ ਮਨ ਰੂਪੀ ਵੈਰੀ ਦੇ ਨਾਲ ਹੋਰ ਜੰਗ ਕਰਨ ਵਾਸਤੇ ਆਪਾਂ ਨੇ ਕਮਰ ਕਸਾ ਕਸਨਾ ਕੀਤਾ। ਤੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਜਿਨ੍ਹਾਂ ਨੂੰ ਸਹਾਇਤਾ ਪ੍ਰਾਪਤ ਹੈ, ਨਾਮ ਜਪਣ ਰੂਪੀ ਜਿਨ੍ਹਾਂ ਦੇ ਕੋਲ ਹਥਿਆਰ ਹੈ, ਜਾਣੋ ਕਿ ਉਹਨਾਂ ਨੇ ਮਨ ਰੂਪੀ ਵੈਰੀ ਨੂੰ ਜਿੱਤ ਲੈਣਾ ਕੀਤਾ ਤੇ ਦੋਵੇਂ ਲੋਕਾਂ ਦੇ ਵਿੱਚ ਉਹਨਾਂ ਨੂੰ ਫਿਰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਜੀ। ਸ੍ਰੀ ਬਾਲਾ ਸੰਦਰਵਾਚ ਚੌਪਈ। ਅਗਲੀ ਕਥਾ ਭਾਈ ਬਾਲਾ ਜੀ ਉਚਾਰਨ ਕਰਦੇ ਹਨ। ਸੁਨੋ ਕਥਾ ਫੁਨ ਫੇਰੂ ਨੰਦਨ। ਬਚਨ ਕਰਦੇ ਕਿ ਹੇ ਬਾਬਾ ਫੇਰੂ ਮਲ ਜੀ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰ, ਲੋਭ ਲਭ ਵਿਹਾਣੇ ਮਾਨਸਾ ਤੁਧ ਪਾਣੀ ਬੂਰ, ਵਰੀਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਤੇ ਇਹਦੇ ਵਿੱਚ ਵੀ ਬਚਨ ਆਇਆ ਫੇਰ ਵਸਾਇਆ, ਫੇਰੂ ਆਣ। ਫੇਰ ਜਿਹੜਾ ਹੈ ਪਿਆਰਿਓ ਉਹਦੇ ਨਾਲ ਔਂਕੜ ਨਹੀਂ ਹੈ। ਦੂਜੀ ਵਾਰ ਜਦੋਂ ਫੇਰ ਆਉਂਦਾ ਤੇ ਉਹਦੇ ਥੱਲੇ ਔਂਕੜ ਹੈ। ਜਦੋਂ ਆਪਾਂ ਸੰਥਿਆ ਕਰਦੇ ਹਾਂ ਕਿਸੇ ਵਿਦਵਾਨ ਦੇ ਪਾਸੋਂ, ਜਦੋਂ ਟਕਸਾਲੀ ਅਰਥ ਕਰਾਏ ਜਾਂਦੇ ਜਾਂ ਕੋਈ ਵਧੀਆ ਵਿਦਵਾਨ ਹੋਵੇ ਜਿਹਨੂੰ ਗੁਰਬਾਣੀ ਦੀ ਸੋਝੀ ਹੋਵੇ, ਉਚਾਰਨ ਦਾ ਜਿਹਨੂੰ ਅਨੁਭਵ ਹੋਵੇ, ਉਹ ਫਿਰ ਇਹ ਕਹਿੰਦੇ ਕਿ ਭਾਈ ਇਹ ਜਦੋਂ ਆਪਾਂ ਪਾਠ ਕਰਦੇ ਆ, ਕਿਉਂਕਿ ਗੁਰਬਾਣੀ ਦੇ ਵਿੱਚ ਪਿਆਰਿਓ ਲਗ ਮਾਤਰਾ ਜਦੋਂ ਆਪਾਂ ਲਾਉਂਦੇ ਆ, ਜ਼ਿਆਦਾ ਕਰਕੇ ਸਿਹਾਰੀ ਤੇ ਓਂਕੜ
ਇਹਦੇ ਵਿੱਚ ਬਹੁਤ ਜ਼ਿਆਦਾ ਪਸ਼ੂ ਪੇਸ਼ ਦੇ ਵਿੱਚ ਬੰਦਾ ਪੈ ਜਾਂਦਾ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ, ਕਿਉਂਕਿ ਕਈ ਵਾਰੀ ਇਹਨਾਂ ਦੀ ਆਵਾਜ਼ ਕੀਤਾ ਜਾਂਦਾ, ਕਈ ਵਾਰੀ ਪਿਆਰਿਓ ਇਹ ਸਿਰਫ ਸੰਕੇਤ ਹੁੰਦੇ ਹਨ। ਜਦੋਂ ਆਪਾਂ ਪਿੰਗਲ ਦੇ ਵਿੱਚ ਅਰਥ ਕਰਦੇ ਹਾਂ ਤੇ ਉਸ ਵੇਲੇ ਇਹਨਾਂ ਦੀ ਮਾਤਰਾ ਲੱਗ ਸਕਦੀ ਹੈ, ਲੇਕਿਨ ਉਂਝ ਜਦੋਂ ਆਪਾਂ ਪਾਠ ਕਰਦੇ ਹਾਂ, ਉਚਾਰਨ ਕਰਦੇ ਹਾਂ ਤੇ ਇਹਦੀ ਮਾਤਰਾ ਨੂੰ ਨਹੀਂ ਪੜਿਆ ਜਾਂਦਾ, ਲੇਕਿਨ ਕਈ ਵਾਰੀ ਪੜਿਆ ਵੀ ਜਾਂਦਾ ਹੈ। ਤੇ ਜਦੋਂ ਕੋਈ ਵਿਦਵਾਨ ਦੇ ਪਾਸੋਂ, ਮਹਾਂਪੁਰਖਾਂ ਦੇ ਪਾਸੋਂ ਆਪਾਂ ਸੰਥਿਆ ਕਰਦੇ ਹਾਂ ਤਾਂ ਪਿਆਰਿਓ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਹੁੰਦੀ ਹੈ, ਅਰਥਾਂ ਦਾ ਭੇਦ ਹੁੰਦਾ, ਉਹ ਦੱਸਦੇ ਕਿ ਭਾਈ ਇਹ ਪਾਠ ਜਿਹੜਾ ਹੈ ਇੱਥੇ ਔਂਕੜ ਲਾ ਕੇ ਕਰਨਾ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਕਿ ਫਿਰ ਫੇਰੂ ਮਲ ਜੀ ਦੇ ਨੰਦਨ ਕੌਣ? ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆ ਕਰਕੇ ਖਡੂਰ ਸਾਹਿਬ ਨੂੰ ਵਸਾਉਣਾ ਕੀਤਾ। ਹੁਣ ਇੱਥੇ ਭਾਈ ਬਾਲਾ ਜੀ ਕਹਿੰਦੇ ਕਿ ਇਹ ਫੇਰੂ ਮਲ ਜੀ ਦੇ ਨੰਦਨ ਭਾਵ ਕੇ ਉਹਨਾਂ ਦੇ ਸਪੁੱਤਰ। ਆ ਅਗਲਾ ਇਤਿਹਾਸ ਆਪ ਜੀ ਸਰਵਣ ਕਰਨਾ ਕਰੋ। ਮਾਰਗ ਚਲਤਿਓ ਕਲੁਖ ਨਿਕੰਦਨ, ਮਾਰਗ ਚਲਤਿਓ ਰਾਸਤੇ ਦੇ ਵਿੱਚ ਚੱਲ ਰਹੇ ਹਨ ਕੌਣ? ਪਾਪਾਂ ਨੂੰ ਨਾਸ਼ ਕਰਨ ਵਾਲੇ। ਸ਼ਮਸ ਕਹਾਣੀ ਸਰਬ ਸੁਨਾਈ, ਜਦੋਂ ਮਹਾਰਾਜ ਜੀ ਨੇ ਸ਼ਮਸ ਦੀ ਸਾਰੀ ਕਹਾਣੀ ਨੂੰ ਸਰਵਣ ਕਰਾਉਣਾ ਕੀਤਾ ਤੇ ਇੱਥੇ ਪਿਆਰਿਓ ਬਚਨ ਆਇਆ, ਕਵੀ ਰਾਜ ਜੀ ਨੇ ਕਿਹਾ ਕਹਾਣੀ। ਕਹਾਣੀ ਦਾ ਮਤਲਬ ਕਿ ਕਹਾ ਨਹੀਂ ਭਾਵ ਕਿ ਮੈਲ ਹੋਵੇ, ਆਪਾਂ ਨਹੀਂ ਕਹਾ। ਇੱਕ ਤਾਂ ਹੁੰਦਾ ਸਾਖੀ, ਸਾਖੀ ਦਾ ਮਤਲਬ ਉਹਦੇ ਵਿੱਚ ਬੰਦਾ ਦਾਵਾ ਕਰ ਸਕਦਾ ਕਿ ਹਾਂ ਭਾਈ ਇਹ ਘਟਨਾ ਹੋਈ ਹੈ, ਇਹ ਮੈਨੇ ਆਪ ਵੇਖਣਾ ਕੀਤਾ। ਕਥਾ ਜਦੋਂ ਆਪਾਂ ਬੋਲਦੇ ਆ ਇਹ ਵੀ ਪਿਆਰਿਓ ਦਾਵੇ ਦੇ ਨਾਲ, ਜੋ ਦੰਤ ਕਥਾ ਹੁੰਦੀ ਹੈ ਸੁਣੀ ਸੁਣਾਈ ਗੱਲ ਹੁੰਦੀ ਹੈ। ਕਹਾ ਨਹੀਂ ਭਾਵ ਕਿ ਕਹਿ ਤਾਂ ਭਾਈ ਮੈਂ ਦਿੱਤਾ, ਲੇਕਿਨ ਉਹ ਸੱਚਮੁੱਚ ਉਸ ਤਰ੍ਹਾਂ ਹੈ ਕਿ ਨਹੀਂ ਹੈ ਉਹ ਮੈਨੂੰ ਕੋਈ ਪਤਾ ਨਹੀਂ ਹੈ। ਕਈ ਵਾਰੀ ਕੋਈ ਸਾਨੂੰ ਆ ਕਰਕੇ ਕਹਿ ਦਿੰਦਾ ਜੀ ਉਹ ਫਲਾਣਾ ਇਸ ਤਰ੍ਹਾਂ ਹੋਇਆ, ਤੇ ਫਿਰ ਆਪਾਂ ਵੀ ਅੱਗੇ ਕਹਿ ਦਿੰਦੇ ਕਿ ਹਾਂ ਜੀ ਮੈਂ ਤਾਂ ਸੁਣਿਆ ਲੇਕਿਨ ਵੇਖਿਆ ਨਹੀਂ। ਮੈਂ ਭਾਈ ਤੈਨੂੰ ਗਾਰੰਟੀ ਨਹੀਂ ਦਿੰਦਾ, ਜਿਸ ਤਰ੍ਹਾਂ ਮੈਂ ਸੁਣਿਆ ਮੈਂ ਤੈਨੂੰ ਉਸ ਤਰ੍ਹਾਂ ਕਹਿ ਰਿਹਾ ਹਾਂ, ਲੇਕਿਨ ਗਾਰੰਟੀ ਕੋਈ ਵੀ ਨਹੀਂ ਹੈ ਕਿ ਇਸ ਤਰ੍ਹਾਂ ਹੀ ਹੋਵੇਗਾ ਜਾਂ ਇਸ ਤਰ੍ਹਾਂ ਨਹੀਂ ਹੋਵੇਗਾ। ਇਹਨੂੰ ਪਿਆਰਿਓ ਕਹਾਣੀ ਬੋਲਦੇ ਹਨ। ਤੇ ਇਹ ਜੋ ਕਹਾਣੀ ਮਹਾਰਾਜ ਜੀ ਨੇ ਸ਼ਮਸ ਤਬਰੇਜ਼ ਦੀ ਦਸਣੀ ਕੀਤੀ, ਉਚਾਰਨ ਕੀਤੀ। ਗਮਨਤ ਪਹੁੰਚਤ ਪੇ ਇੱਕ ਜਾਈ, ਫਿਰ ਅੱਗੇ ਗਮਨ ਕਰਦਿਆਂ ਸਤਿਗੁਰੂ ਮਹਾਰਾਜ ਉੱਥੇ ਪਹੁੰਚ ਗਏ। ਜਹ ਫਕੀਰ ਕੋ ਲੁੱਟ ਗਇਓ ਮੇਲਾ। ਹੁਣ ਪਿਆਰਿਓ ਜਿੰਨੇ ਵੀ ਰੋਜ਼ ਦੇ ਜੋ ਸ਼ਰੋਤਾਗਣ ਹਨ, ਕਥਾ ਨੂੰ ਸਰਵਣ ਕਰਨ ਵਾਲੇ, ਆਪ ਜੀ ਆਪਣੇ ਸਮਰਤੀ ਪਟਲ ਦੇ ਉੱਤੇ ਥੋੜਾ ਜ਼ੋਰ ਪਾਓ। ਕੁਛ ਕੋ ਸਮਾਂ ਪਹਿਲਾਂ ਭਾਵ ਕਿ ਹੋ ਸਕਦਾ 15-20 ਦਿਨ ਪਹਿਲਾਂ ਜਿਨ੍ਹਾਂ ਦੀ ਕਥਾ ਨੂੰ ਆਪਾਂ ਨੇ ਸਰਵਣ ਕੀਤਾ ਸੀ, ਸ਼ਾਹੋ ਸੁਹਾਗਣ ਆਪ ਨੂੰ ਨਾਮ ਚੇਤੇ ਆ ਗਿਆ ਹੋਵੇਗਾ। ਜੋ ਨਗਰ ਦੇ ਵਿੱਚ ਰਹਿੰਦਾ ਸੀ ਮਹਾਰਾਜ, ਪਹਿਲੇ ਉੱਥੇ ਫਿਰ ਗਏ, ਉਹ ਤੋਂ ਬਾਅਦ ਫਿਰ ਸਤਿਗੁਰੂ ਮਹਾਰਾਜ ਮੂਲਾ ਖੱਤਰੀ ਦੇ ਕੋਲ ਗਏ, ਫਿਰ ਬਾਅਦ ਦੇ ਵਿੱਚ ਮੂਲੇ ਨੂੰ ਭੇਜ ਦਿੱਤਾ ਗਿਆ ਤੇ ਸਤਿਗੁਰੂ ਮਹਾਰਾਜ ਅੱਗੇ ਦੀ ਯਾਤਰਾ ਵਿੱਚ ਚੱਲ ਗਏ। ਹੁਣ ਵਾਪਸ ਸਤਿਗੁਰੂ ਮਹਾਰਾਜ ਪਰਤ ਰਹੇ ਹਨ ਉਹੀ ਨਗਰ ਦੇ ਵਿੱਚ ਜਿੱਥੇ ਸ਼ੌ ਸੁਹਾਗਣ ਦੰਭੀ ਪਖੰਡੀ ਰਹਿੰਦਾ ਸੀ। ਨਿੰਦਾ ਪ੍ਰਗਟੀ ਭਇਓ ਦੁਹੇਲਾ, ਜਿਹਦੀ ਨਿੰਦਾ ਜਿਹੜੀ ਹੈ ਪ੍ਰਗਟ ਹੋ ਗਈ ਹੈ, ਜੋ ਛੁਪ ਕਰਕੇ ਪਾਪ ਕਰਦਾ ਸੀ ਨਾ ਬਹਿ ਜਾਣਾ। ਬਹੁਤ ਵੱਡਾ ਮੇਲਾ ਲੱਗਦਾ ਸੀ ਤੇ ਪੁੰਨਿਆ ਦੀ ਰਾਤ ਜਦੋਂ ਆਉਂਦੀ ਇਹ ਲੋਕਾਂ ਨੂੰ ਕਹਿੰਦਾ ਕਿ ਲੋਕੋ ਅੱਜ ਮੇਰਾ ਸ਼ੌ, ਮੇਰਾ ਮਾਲਕ ਪਤੀ ਜੋ ਪਰਮਾਤਮਾ, ਉਹ ਮੇਰੀ ਸੇਜਾ ਦੇ ਵਿੱਚ ਆਉਂਦਾ ਹੈ, ਉਹ ਮੇਰਾ ਰਮਨ ਕਰਦਾ, ਮੈਂ ਉਹਦੇ ਨਾਲ ਇੱਕਮਿਕ ਇਸਤਰੀ ਰੂਪ ਦੇ ਵਿੱਚ ਹੋ ਜਾਂਦਾ ਹਾਂ। ਇਸ ਤਰ੍ਹਾਂ ਕਹਿ ਕਰਕੇ ਲੋਕਾਂ ਨੂੰ ਠੱਗਦਾ ਸੀ। ਜਦੋਂ ਉਹਦਾ ਪਾਜ ਉਗੜ ਗਿਆ, ਜਦੋਂ ਉੱਥੇ ਰੌਲਾ ਮਚ ਗਿਆ ਸੀ, ਡਕੈਤਾਂ ਨੇ ਆ ਕਰਕੇ ਲੁੱਟ ਮਾਰ ਸ਼ੁਰੂ ਕਰ ਦਿੱਤੀ। ਲੁੱਟਦੇ ਲੁੱਟਦੇ ਉਹ ਦਰਵਾਜ਼ੇ ਤੱਕ ਪਹੁੰਚ ਗਏ। ਜਦੋਂ ਜ਼ੋਰ ਦੀ ਧੱਕਾ ਵੱਜਿਆ, ਜਿੱਥੇ ਇਹ ਅੰਦਰ ਬੈਠ ਕਰਕੇ ਕੁਕਰਮ ਕਰਿਆ ਸੀ, ਧੱਕੇ ਦੇ ਨਾਲ ਦਰਵਾਜ਼ਾ ਟੁੱਟ ਗਿਆ। ਅੰਦਰ ਕੀ ਤੱਕਦੇ, ਇਹ ਬੇਈਮਾਨ ਪਾਪੀ ਜਿਹੜਾ ਹੈ, ਜਿਹੜਾ ਲੋਕਾਂ ਨੂੰ ਕਹਿ ਕੇ ਠੱਗਦਾ ਸੀ ਕਿ ਲੋਕੋ ਪ੍ਰਮਾਤਮਾ ਦੇ ਨਾਲ ਮੈਂ ਆਨੰਦ ਮਾਣ ਰਿਹਾ ਹਾਂ, ਲੇਕਿਨ ਅੰਦਰ ਖਾਤੇ ਪਰਾਈ ਇਸਤਰੀ ਦੇ ਨਾਲ ਇਹ ਮੂੰਹ ਕਾਲਾ ਕਰ ਰਿਹਾ ਸੀ। ਫੜ ਕਰਕੇ ਬਹੁਤ ਜ਼ਿਆਦਾ ਉਹਨੂੰ ਕੁਟਾਪਾ ਚਾ ਕੀਤਾ। ਪਹਿਲੇ ਤਾਂ ਡਰਦੇ ਸੀ, ਕਹਿੰਦੇ ਕਿ ਭਾਈ ਸੰਤਾਂ ਦਾ ਡੇਰਾ ਹੈ, ਭਾਈ ਸਾਧੂਆਂ ਦਾ, ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਨਹੀਂ ਲੁੱਟਣਾ ਚਾਹੀਦਾ।
ਲੇਕਿਨ ਜਦੋਂ ਪਾਜ ਉਗੜ ਗਿਆ, ਪਤਾ ਚੱਲ ਗਿਆ ਕਿ ਭਾਈ ਇਹਨੇ ਭੇਸ ਤਾਂ ਸੰਤਾਂ ਦਾ ਧਾਰਨ ਕੀਤਾ, ਅੰਦਰ ਖਾਤੇ ਤਾਂ ਇਹ ਸ਼ੈਤਾਨ ਹੈ, ਪਾਪੀ ਹੈ, ਤੇ ਪਾਪੀਆਂ ਨੂੰ, ਚੋਰਾਂ ਨੂੰ ਲੁੱਟਣ ਦੇ ਵਾਸਤੇ ਕੋਈ ਤੁਹਾਨੂੰ ਇਹ ਨਹੀਂ ਲੱਗਦਾ, ਪਾਪ ਨਹੀਂ ਲੱਗਦਾ। ਚੋਰ ਦੇ ਉੱਤੇ ਮੋਰ ਬਣ ਜਾਓ, ਫਿਰ ਰੱਜ ਕਰਕੇ ਮਾਰ ਕਰਕੇ ਉਹਨੂੰ ਭਜਾ ਦਿੱਤਾ, ਉਹਦਾ ਡੰਡਾ ਡੇਰਾ ਲੁੱਟ ਲਿਆ। ਹੁਣ ਸਤਿਗੁਰੂ ਮਹਾਰਾਜ ਉਹ ਨਗਰ ਦੇ ਵਿੱਚ ਗਇਓ ਪਖੰਡ ਉਘਰ ਸਭ ਪਾਜ, ਉਹਦਾ ਪਖੰਡ ਪਾਜ ਜਿਹੜਾ ਹੈ ਸਾਰਾ ਉਗੜ ਗਿਆ ਸੀ ਉਸ ਵੇਲੇ। ਲੋਕਨ ਬਿਖੈ ਅਧਿਕ ਸੋ ਲਾਜ, ਲੋਕਾਂ ਦੇ ਵਿੱਚ ਬਹੁਤ ਜ਼ਿਆਦੀ ਸ਼ਰਮ ਦੇ ਨਾਲ, ਲਾਜ ਦੇ ਨਾਲ ਉਹ ਵਿਚਰ ਰਿਹਾ ਸੀ, ਕਿਉਂਕਿ ਲੋਕਾਂ ਦਾ ਪਿਆਰਿਓ ਕੋਈ ਪਤਾ ਨਹੀਂ ਹੈ। ਤੁਸੀਂ ਪਖੰਡ ਕਰਨਾ ਕਰੋ, ਭਾਵ ਕਿ ਜਿੰਨਾ ਤੁਸੀਂ ਲੋਕਾਂ ਨੂੰ ਮਗਰ ਲਾਓ, ਜਿਨ੍ਹਾਂ ਦੇ ਮਨ ਵਿੱਚ ਹੁੰਦਾ ਨਾ ਲੋਕਾਂ ਨੂੰ ਲਾਉਣਾ ਜੀ, ਮਗਰ ਲਾਉਣਾ, ਤੇ ਜਿਹੜੇ ਮਗਰ ਲੱਗਦੇ ਨਾ ਪਿਆਰਿਓ, ਤੇ ਫਿਰ ਜਦੋਂ ਤੁਹਾਡਾ ਜਿਹੜੇ ਪਖੰਡੀ ਹੁੰਦੇ, ਦੰਬੀ ਹੁੰਦੇ, ਤਾਂ ਫਿਰ ਜਦੋਂ ਤੁਹਾਡਾ ਪਾਜ ਉਗੜ ਜਾਵੇਗਾ, ਉਹਨਾਂ ਦਾ ਵੀ ਪਹਿਲੂ ਜਿਹੜਾ ਬਦਲ ਜਾਂਦਾ। ਇਹੀ ਲੋਕ ਜਿਹੜੇ ਹਨ ਤੁਹਾਡੀ ਬੱਲੇ ਬੱਲੇ ਕਰਦੇ, ਤੁਹਾਨੂੰ ਫਿਰ ਬੜਾ ਜੈ ਜੈਕਾਰ ਕਰਦੇ, ਲੇਕਿਨ ਜਦੋਂ ਪਾਪ ਉਗੜ ਗਿਆ ਉਹੀ ਫਿਰ ਤੁਹਾਡੀ ਛਿੱਤਰ ਪਰੇਡ ਵੀ ਕਰਦੇ ਹਨ। ਉਹ ਲਿਹਾਜ਼ਾ ਨਹੀਂ ਰੱਖਦੇ, ਕਹਿੰਦੇ ਬੇਈਮਾਨਾ, ਅਸੀਂ ਤਾਂ ਤੈਨੂੰ ਸੰਤ ਸਮਝਿਆ, ਤੂੰ ਤਾਂ ਬਹੁਤ ਵੱਡਾ ਇੱਥੇ ਕੁਕਰਮੀ ਨਿਕਲਿਆ, ਤੈਨੂੰ ਤਾਂ ਮਾਰਨਾ ਚਾਹੀਦਾ, ਕੁੱਟਣਾ ਚਾਹੀਦਾ। ਮਾਰ ਕੁੱਟ ਕਰਕੇ ਫਿਰ ਨਾਲ ਦੇ ਹੀ ਪਿਆਰਿਓ ਉਹਦਾ ਮੂੰਹ ਕਾਲਾ ਕਰਕੇ ਭਜਾ ਦਿੰਦੇ ਹਨ। ਇਸ ਤਰ੍ਹਾਂ ਹੀ ਜਿਹੜੇ ਨਾਲ ਦੇ ਉਹਨਾਂ ਨੇ ਵੀ ਉਹਦਾ ਸਾਥ ਛੱਡ ਦਿੱਤਾ। ਤੈ ਕੋ ਕਰਨ ਕਿਰਤਾਰਥ ਫੇਰਾ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫੇਰੀ ਕਰ ਰਹੇ, ਤਾਂ ਮਹਾਰਾਜ ਜੀ ਨੇ ਉਹਦਾ ਵੀ ਉਧਾਰ ਕਰਨਾ ਕੀਤਾ। ਉਹਦਾ ਉਧਾਰ ਕਿਸ ਤਰ੍ਹਾਂ ਕੀਤਾ ਹੈ? ਕਿਉਂਕਿ ਪਿਆਰਿਓ ਚੰਗੇ ਜਿਹੜੇ ਭਲੇ ਲੋਕ ਹੁੰਦੇ ਹਨ ਉਹਨਾਂ ਨੂੰ ਤਾਂ ਸਾਰੇ ਨਿਵਾਜਦੇ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਪਾਪੀਆਂ ਨੂੰ, ਜਿਹੜੇ ਦੰਬੀ ਜਿਹੜੇ ਸਨ, ਕੁਕਰਮੀਆਂ ਨੂੰ ਨਿਵਾਜਣਾ ਕੀਤਾ। ਜਿਸ ਤਰ੍ਹਾਂ ਕਿ ਸੱਜਣ ਠੱਗ ਸੀ, ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਉਹਨੂੰ ਸੱਜਣ ਸੰਤ ਬਣਾ ਦਿੱਤਾ। ਕੌੜਾ ਰਾਖਸ਼ ਸੀ ਤੇ ਮਹਾਰਾਜ ਜੀ ਨੇ ਕੌੜਾ ਸੰਤ ਬਣਾ ਦਿੱਤਾ। ਭੂਮੀਆਂ ਚੋਰ ਸੀ ਤੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਭੂਮੀਆਂ ਬ੍ਰਹਮ ਗਿਆਨੀ ਬਣ ਗਿਆ। ਇਸ ਤਰ੍ਹਾਂ ਹੀ ਹੁਣ, ਕਿਉਂਕਿ ਜਦੋਂ ਸਰਨ ਵਿੱਚ ਕੋਈ ਆਵੇ, ਆਪਣੇ ਪਿਛਲੇ ਗੁਨਾਹਾਂ ਨੂੰ ਜੋ ਕਬੂਲ ਕਰ ਲੈਂਦਾ, ਮਹਾਰਾਜ ਉਹਦੇ ਅਵਗੁਣਾਂ ਨੂੰ ਬਖਸ਼ ਕਰਕੇ ਪ੍ਰਭ ਆਗੇ ਮਾਰਗ ਪਾਵੇ, ਮਹਾਰਾਜ ਅੱਗੇ ਵਾਸਤੇ ਸੁਮਤ ਦਿੰਦੇ, ਸ਼੍ਰੇਸ਼ਟ ਮਾਰਗ ਦੇ ਉੱਤੇ ਪਾਉਂਦੇ। ਗਏ ਗੁਰੂ ਸੋ ਦੁਖਿਆ ਹੀਰਾ, ਤੇ ਜਦੋਂ ਉਥੇ ਸਤਿਗੁਰੂ ਮਹਾਰਾਜ ਜੀ ਗਏ ਨਾ ਨਗਰ ਦੇ ਵਿੱਚ, ਕੀ ਤੱਕਦੇ ਹਨ? ਇਸ ਤੋਂ ਪਹਿਲੇ ਬਸ 1-2 ਮਹੀਨਾ ਪਹਿਲੇ ਦੀ ਗੱਲ ਹੈ, ਜਿਹੜੇ ਬਾਬੇ ਦੀ ਬਹੁਤ ਜੈ ਜੈਕਾਰਾਂ ਹੁੰਦੀਆਂ ਸਨ, ਲੋਕੀ ਬਹੁਤ ਜ਼ਿਆਦਾ ਜਿਹਦੀ ਪੂਜਾ ਕਰਦੇ, ਜਿਹਦੇ ਡੇਰੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਸੀ। ਕਿਉਂਕਿ ਇਹ ਲੋਕ ਪਿਆਰਿਓ ਸੱਚ ਜਾਣੋ, ਜਿਨ੍ਹਾਂ ਨੂੰ ਵੀ ਲੋਕਾਂ ਦੇ ਉੱਤੇ ਬੜਾ ਮਾਣ ਹੁੰਦਾ। ਕਈ ਇਹੋ ਜਿਹੇ ਹੁਣ ਜੇਲਾਂ ਦੇ ਵਿੱਚ ਵੀ ਬੰਦ ਹਨ, ਜਿਹੜੇ ਦਾਵਾ ਕਰਦੇ ਸੀ, ਐਵੇਂ ਸਰਕਾਰਾਂ ਨੂੰ ਡਰਾਉਂਦੇ ਸੀ ਕਿ ਭਾਈ ਮੈਨੂੰ ਹੱਥ ਪਾਓਗੇ, ਮੇਰੇ ਉੱਤੇ ਹੱਥ ਪਾਓਗੇ, ਮੇਰੇ ਪਿੱਛੇ 5 ਕਰੋੜ 10 ਕਰੋੜ ਬੰਦਾ ਖੜੋਤਾ ਹੋਇਆ ਹੈ, ਬਸ ਤੁਸੀਂ ਮੈਨੂੰ ਹੱਥ ਤਾਂ ਲਾਓ, ਸਾਰਾ ਦੇਸ਼ ਜਲ ਉਠੇਗਾ, ਸਾਰੀ ਦੁਨੀਆ ਨੂੰ ਆਗ ਲੱਗ ਜਾਵੇਗੀ। ਇਸ ਤਰ੍ਹਾਂ ਭੈਭੀਤ ਕਰਦੇ ਸਨ। ਕੀ ਹੋਇਆ ਪਿਆਰਿਓ? ਫਿਰ ਪੁਲਿਸ ਵਾਲਿਆਂ ਨੇ ਫੜ ਕਰਕੇ ਐ ਡੰਡੇ ਮਾਰ ਕਰਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਡੱਕ ਦਿੱਤਾ। ਅੱਜ ਜੇਲ੍ਹ ਦੀਆਂ ਰੋਟੀਆਂ ਖਾਣ ਦੇ ਵਾਸਤੇ ਉਹ ਮਜਬੂਰ ਬਣ ਗਏ, ਕਿਉਂਕਿ ਪਬਲਿਕ ਦਾ ਕੋਈ ਭਰੋਸਾ ਨਹੀਂ ਹੁੰਦਾ। ਪਬਲਿਕ ਪਿਆਰਿਓ ਚੜਾਉਂਦੀ ਵੀ ਹੈ ਤੇ ਉਤਾਰਦੀ ਵੀ ਹੈ। ਜਿਸ ਤਰ੍ਹਾਂ ਕਿ ਰਾਜਨੇਤਾ ਜਿਹੜਾ ਹੁੰਦਾ, ਰਾਜਨੇਤਾ ਨੂੰ ਵੀ ਕਦੇ ਵੇਖੋ ਪਬਲਿਕ ਹੀ ਪਿਆਰ ਕਰ 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 ਪੁੱਛਦਾ, ਮੂੰਹ ਕਾਲਾ ਹੋ ਜਾਂਦਾ। ਲੋ 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 ਹਨ। ਕਈ ਵਾਰੀ ਆਪਾਂ ਵੇਖਦੇ ਹਾਂ, ਜਿੰਨੇ ਕਈ ਲੋਕ, ਕਈ ਵਾਰੀ ਵੇਖੋ ਕਈ ਇਹੋ ਜਿਹੇ ਵੀ ਲੋਕ ਹਨ, ਇਹੋ ਜਿਹੇ ਵੀ ਪਖੰਡੀ ਹਨ। ਜੇ ਪਿਆਰਿਓ ਕਿੱਥੇ ਜਾਣਾ ਹੋਵੇ ਨਾ, 4 ਕਦਮ ਵੀ ਚੱਲਣਾ ਹੋਵੇ, ਸਾਰਿਆਂ ਨੂੰ ਬੁਲਾ ਲੈਂਦੇ, ਢਿੰਡੋਰਾ ਪਿੱਟ ਦਿੰਦੇ ਕਿ ਉਹਨੂੰ ਬੁਲਾਓ, ਉਹਨੂੰ ਬੁਲਾਓ ਜੀ। ਬਸ ਨਾਲ ਦੀ ਗਲੀ ਦੇ ਵਿੱਚ ਵੀ ਜਾਣਾ ਹੋਵੇ, ਸਾਰਿਆਂ ਨੂੰ ਲੈ ਕੇ ਜਾਣਾ, ਕਿਉਂਕਿ ਲੋਕਾਂ ਦੇ ਨਾਲ ਪਿਆਰਿਓ ਇੱਕ ਬੰਦਾ ਫੱਬਦਾ ਹੈ, ਲੋਕਾਂ ਦੇ ਨਾਲ ਉਹਦੀ ਵਾਹਵਾਹੀ ਹੁੰਦੀ ਹੈ ਕਿ ਲਓ ਭਾਈ ਕਿੰਨੇ ਲੋਕ ਇਹਦੇ ਮਗਰ ਹਨ, ਲੱਗਦਾ ਹੈ ਬਹੁਤ ਵੱਡਾ ਸੰਤ ਹੈ, ਬਹੁਤ ਵੱਡਾ ਬਾਬਾ।
ਲੇਕਿਨ ਪਿਆਰਿਓ ਜਦੋਂ ਪਾਜ ਉਗੜ ਜਾਂਦਾ ਉਹੀ ਜਿਹੜੇ ਹਨ ਫੜ ਕਰਕੇ ਫਿਰ ਮਾਰ ਦਿੰਦੇ, ਖਤਮ ਕਰ ਦਿੰਦੇ। ਇਹਦਾ ਵੀ ਤਾਂ ਸ਼ੌ ਸੁਹਾਗਣ ਦਾ ਉਸ ਤਰ੍ਹਾਂ ਹੀ ਹੋਇਆ ਸੀ। ਤੇ ਫਿਰ ਲੋਕਾਂ ਦੇ ਲੋਕਨ ਵਿਖੇ ਅਧਿਕ ਸੋ ਲਾਜਾ। ਜਿਹੜੇ ਲੋਕ ਇਹਦੀ ਪੂਜਾ ਕਰਦੇ ਸੀ ਨਾ, ਹੁਣ ਉਹਨਾਂ ਲੋਕਾਂ ਦੇ ਸਾਹਮਣੇ ਮੂੰਹ ਨਹੀਂ ਚੱਕ ਸਕਦਾ ਸੀ ਕਿ ਮੂੰਹ ਲੈ ਕੇ ਜਾਈਏ। ਜਿਹਨਾਂ ਦਾ ਭਾਜ ਹੀ ਉਗੜ ਗਿਆ ਉਹ ਫਿਰ ਮੂਲ ਕੀ ਰੱਖ ਸਕਦੇ ਹਨ? ਉਹਨਾਂ ਨੂੰ ਤਾਂ ਬੇਸ਼ਰਮੀ ਦੇ ਨਾਲ ਮਰ ਜਾਣਾ ਚਾਹੀਦਾ। ਤਹਿ ਕੋ ਕਰਨ ਕਿਰਤਾਰਥ ਫੇਰਾ। ਸਤਿਗੁਰੂ ਮਹਾਰਾਜ ਉਹਨੂੰ ਕਿਰਤਾਰਥ ਉਹਦਾ ਉਧਾਰ ਕਰਨ ਵਾਸਤੇ ਜੈ ਗੁਰੂ ਸੋ ਦੁਖਿਆ ਹੇਰਾ। ਜਾ ਕਰਕੇ ਸਤਿਗੁਰੂ ਮਹਾਰਾਜ ਜੀ ਜਦੋਂ ਗਏ ਤੇ ਕੀ ਤੱਕਦੇ ਹਨ? ਸ਼ੌ ਸੁਹਾਗਣ ਬਹੁਤ ਦੁਖੀ ਹੈ। ਕਿਸੀ ਤੀਹ ਕੈ ਕੀਨੂ ਡੇਰਾ। ਸਤਿਗੁਰੂ ਮਹਾਰਾਜ ਪਹਿਲੇ ਜਦੋਂ ਗਏ ਉਹ ਨਗਰ ਦੇ ਵਿੱਚ ਇੱਕ ਬੁੱਢੀ ਮਾਈ ਜਿਹੜੀ ਹੈ ਉਹਦੇ ਘਰ ਦੇ ਵਿੱਚ ਡੇਰਾ ਕੀਤਾ। ਹੁਣ ਦੁਬਾਰਾ ਵੀ ਮਹਾਰਾਜ ਉਹਦੇ ਹੀ ਘਰ ਵਿੱਚ ਡੇਰਾ ਕੀਤਾ। ਜਾਵਤ ਕੀਨੂ ਜਹਾਂ ਬਸੇਰਾ। ਉੱਥੇ ਜਾਣ ਵੇਲੇ ਜਿੱਥੇ ਬਸੇਰਾ ਕੀਤਾ, ਹੁਣ ਆਉਣ ਵੇਲੇ ਵੀ ਮਹਾਰਾਜ ਜੀ ਨੇ ਉੱਥੇ ਹੀ ਬਸੇਰਾ ਕੀਤਾ ਹੈ। ਚੰਦ ਰਾਤ ਪੁਨ ਤਾਂ ਦਿਨ ਸੋਈ। ਦੇਵਨੇਤ ਦੇ ਨਾਲ ਪਿਆਰਿਓ ਕੀ ਹੋਇਆ? ਚੰਦਰਮਾ ਦੀ ਜੋ ਰਾਤ ਹੈ, ਪੁੰਨਿਆਂ ਦੀ ਰਾਤ ਸੀ ਉਸ ਵੇਲੇ। ਮੇਲਾ ਤਾਂ ਕੇ ਪਇਓ ਨਾ ਕੋਈ। ਸਤਿਗੁਰੂ ਮਹਾਰਾਜ ਜੀ ਨੇ ਤੱਕਿਆ, ਵੇਖਿਆ ਕਿ ਇੱਥੇ ਤਾਂ ਪੂਰਨਮਾਸ਼ੀ ਦੀ ਰਾਤ ਨੂੰ ਬਹੁਤ ਵੱਡਾ ਮੇਲਾ ਭਰਦਾ ਸੀ, ਲੇਕਿਨ ਹੁਣ ਤਾਂ ਕੋਈ ਮੇਲਾ ਨਹੀਂ ਹੈ, ਇੱਕ ਵੀ ਬੰਦਾ ਨਜ਼ਰ ਨਹੀਂ ਆ ਰਿਹਾ। ਅਸਪਿਕ ਉਪਜੀ ਕਰੁਣਾ ਭਾਰੀ। ਇਸ ਤਰ੍ਹਾਂ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਮਨ ਵਿੱਚ ਬਹੁਤ ਜ਼ਿਆਦੀ ਕਰੁਣਾ ਪੈਦਾ ਹੋਈ ਹੈ। ਬੂਝਨ ਕੀਨ ਬਿਰਤਾ ਸੋ ਸੁਨਾਰੀ। ਸਤਿਗੁਰੂ ਮਹਾਰਾਜ ਜੀ ਨੇ ਉਹ ਬੀਬੀ ਨੂੰ, ਉਹ ਬੁੱਢੜੀ ਮਾਈ ਨੂੰ ਪੁੱਛਿਆ, ਕੀ ਗੱਲ ਹੈ ਮਾਈ, ਇੱਥੇ ਬੜਾ ਡੇਰਾ, ਬਹੁਤ ਵੱਡਾ ਮੇਲਾ ਲੱਗਦਾ ਸੀ। ਦੋਹਰਾ ਸ਼ਹੁ ਸੁਹਾਗਣ ਜਹ ਹੁਤੋ ਮੇਲਾ ਭਇਓ ਨ ਤਾਂ। ਸਤਿਗੁਰੂ ਮਹਾਰਾਜ ਜੀ ਪੁੱਛਦੇ ਕਿ ਸ਼ੌ ਸੁਹਾਗਣ ਜਿੱਥੇ ਰਹਿੰਦਾ ਬਹੁਤ ਵੱਡਾ ਮੇਲਾ ਲੱਗਦਾ ਸੀ, ਹੁਣ ਕੋਈ ਮੇਲਾ ਨਹੀਂ ਹੈ। ਰਹਿਤ ਇਹਾਂ ਕੈਦੂ ਨਹੀਂ ਮਾਨੋ ਮਾਨਹ ਜਾਨ। ਬਹੁਤ ਸਾਰੇ ਲੋਕੀ ਜਿਹਨੂੰ ਮੰਨਦੇ ਸਨ ਉਹ ਹੁਣ ਇੱਥੇ ਰਹਿੰਦਾ ਕਿ ਨਹੀਂ ਰਹਿੰਦਾ, ਤੂੰ ਦੱਸਣਾ ਕਰ। ਸੋ ਪਈ ਤੀਹ ਕਹਿ ਤੈ ਝੂਠ ਸਮਾਜ। ਉਸ ਵੇਲੇ ਉਹ ਬੀਬੀ ਕਹਿਣ ਲੱਗੀ ਕਿ ਬਾਬਾ ਜੀ ਕੀ ਦੱਸਣਾ ਕਰੀਏ। ਉਹ ਜੋ ਸ਼ੌ ਸੁਹਾਗਣ ਉਹਨੇ ਸਾਰਾ ਝੂਠ ਦਾ ਸਮਾਜ ਜਿਹੜਾ ਹੈ ਬਖੇੜਨਾ ਕੀਤਾ। ਬਹੁਤ ਉਹਨੇ ਝੂਠ ਨੂੰ ਹੀ ਉਹਨੇ ਪ੍ਰਬਲਤਾ ਦਿੱਤੀ ਹੈ। ਉਘਰ ਗਇਓ ਜੋ ਕੀਨੂ ਪਾਜ। ਜੋ ਉਹਨੇ ਪਾਜ ਕਰਨਾ ਕੀਤਾ, ਲੁਕਾ ਕਰਕੇ ਕੁਕਰਮ ਕਰਦਾ ਸੀ, ਉਹਦਾ ਪਾਜ ਉਗੜ ਗਿਆ, ਉਹਦੇ ਕੁਕਰਮ ਸਾਹਮਣੇ ਆ ਗਏ। ਸੇਮਰ ਫਲ ਜਿਮ ਤਾਹ ਬਨਾਉ। ਜਿਸ ਤਰ੍ਹਾਂ ਕਿ ਸਿੰਬਲ ਦਾ ਦਰਖਤ ਜਿਹੜਾ ਹੁੰਦਾ ਨਾ, ਪਾਕੇ ਤੇ ਸੋ ਤੂਲ ਉਡਾਉ। ਜਦੋਂ ਉਹ ਪੱਕ ਜਾਵੇ ਤੇ ਉਹਦੇ ਵਿੱਚੋਂ ਰੂਹ ਉੜ ਜਾਇਆ ਕਰਦੀ ਹੈ। ਸਿੰਬਲ ਦਾ ਦਰਖਤ ਪਿਆਰਿਓ ਜਦੋਂ ਕੱਚਾ ਹੁੰਦਾ ਉਸ ਵੇਲੇ ਤਾਂ ਇੰਜ ਲੱਗਦਾ ਇਹਦੇ ਵਿੱਚ ਕਿੰਨਾ ਰਸ ਭਰਿਆ ਹੋਇਆ ਹੈ, ਲੇਕਿਨ ਉਹੀ ਜਦੋਂ ਸਿੰਬਲ ਦਾ ਦਰਖਤ ਪਿਆਰਿਓ ਜਦੋਂ ਪੱਕ ਜਾਵੇ ਉਹਦੇ ਵਿੱਚ ਰੂਹ ਜਿਹੜੀ ਹੈ ਬੀਆਂ ਦੇ ਵਿੱਚ ਜਿਸ ਤਰ੍ਹਾਂ ਕਪਾਹ ਹੁੰਦੀ ਹੈ, ਇਸ ਤਰ੍ਹਾਂ ਹੀ ਉਹ ਰੂਹ ਦੇ ਨਾਲ ਭਰ ਜਾਂਦਾ। ਜਦੋਂ ਪੱਕ ਜਾਵੇ, ਪੂਰਾ ਸੁੱਕ ਜਾਵੇ ਤੇ ਫਿਰ ਉਹ ਜਦੋਂ ਇੱਕ ਦਿਨ ਫਲ ਖੁੱਦ ਜਾਂਦਾ ਉਹਦੇ ਵਿੱਚ ਸਾਰੀਆਂ ਬੀਜਾਂ ਜੋ ਹਨ ਰੂਹਾਂ ਦੇ ਉਹ ਉੜ ਜਾਂਦੀ ਹੈ, ਉਹ ਖਾਲੀ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਉਹਨੇ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਹੁਣ ਬਿਲਕੁਲ ਉਹ ਖਾਲੀ ਹੋ ਗਿਆ, ਹੁਣ ਸੰਭਲ ਦੇ ਉੱਡ ਜਾਵੇ। ਉਹਦੀ ਅੰਦਰ ਦੀ ਜੋ ਰੂਹ ਹੈ ਉਹ ਉੱਡ ਜਾਈ ਹੈ। ਇਸ ਤਰ੍ਹਾਂ ਹੀ ਇਹਦੇ ਨਾਲ ਦੇ ਜਿੰਨੇ ਵੀ ਚੇਲੇ ਬਾਲ ਕੇ ਉਹ ਸਾਰੇ ਉੱਡ ਗਏ, ਸਾਰੇ ਇਹਨੂੰ ਛੱਡ ਕਰਕੇ ਚੱਲ ਗਏ, ਉਹ ਕੱਲਮ ਕੱਲਾ ਰਹਿ ਗਿਆ। ਅਸ ਸੁਣ ਕੇ ਬੇਦੀ ਕੁਲਕੇਤ। ਇਸ ਤਰ੍ਹਾਂ ਸੁਣ ਕਰਕੇ ਬੇਦੀ ਕੁਲਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਤਹਤੀ ਵਹਿਰ ਨਿਕੇਤਾ। ਸਤਿਗੁਰੂ ਮਹਾਰਾਜ ਉਸ ਜਨਾਨੀ ਦੇ ਘਰ ਦੇ ਬਾਰ-ਬਾਰ ਸਤਿਗੁਰੂ ਮਹਾਰਾਜ ਬੈਠੇ ਹਨ। ਲੂਲਾ ਤੇ ਤਹ ਕਾਲਾ। ਉਸ ਵੇਲੇ ਇੱਕ ਲੂਲਾ ਹੱਥ ਕਰਕੇ, ਲੂਲਾ ਤੇ ਪੈਰ ਕਰਕੇ ਜਿਹੜਾ ਲੰਗੜਾ ਸੀ ਆਇਓ ਇੱਕ ਅਵਿਲੋਕ ਦਇਆਲਾ। ਉਹਨੇ ਜਦੋਂ ਮਹਾਰਾਜ ਜੀ ਦੇ ਕੋਲ ਆਉਣਾ ਕੀਤਾ, ਦਿਆਲੂ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਜਦੋਂ ਤੱਕਿਆ। ਇੱਥੇ ਪਿਆਰਿਓ ਕਵੀ ਰਾਜ ਜੀ ਨੇ ਜੋ ਪ੍ਰਸੰਗ ਬਾਅਦ ਵਿੱਚ ਲਿਖਣਾ ਕੀਤਾ, ਲੇਕਿਨ ਇੱਥੇ ਪਿਆਰਿਓ ਉਹਨੂੰ ਪਹਿਲੇ ਕੋਟ ਕਰਨਾ ਚਾਹੀਦਾ। ਜੇ ਆਪਾਂ ਵਿਚਾਰ ਕਰੇ
ਤਾਂ ਵਿੱਚ ਮਤ 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 ਡਾਉ 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 ਬਿਆਰ 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 ਮਹਾਰਾਜ ਜੀ ਦੇ ਅੱਗੇ ਇਹਨੇ ਖੜਨਾ ਕੀਤਾ। ਹੋਏ ਦੀਨ ਮੁਖ ਗਿਰਾ ਉਚਾਰੇ, ਬਹੁਤ ਦੀਨ ਹੋ ਕਰਕੇ ਆਪਣੇ ਮੁਖਾਰ ਬਿੰਦ ਤੋਂ ਉਹਨੇ ਬਚਨ ਉਚਾਰਨ ਕੀਤਾ ਹੈ। ਕਾਵਰ ਕੇ ਦਰਸ਼ਨ ਤਨ ਮੇਰਾ, ਕਹਿੰਦਾ ਸਤਿਗੁਰੂ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਕਰਕੇ ਮੇਰਾ ਜੋ ਤਨ ਹੈ ਭਾ ਅਰੋਗ ਦੁਖ ਕਟਿਓ ਕਨੇਰਾ, ਮੈਂ ਅਰੋਗਤਾ ਨੂੰ ਪ੍ਰਾਪਤ ਕਰਨਾ ਕੀਤਾ ਤੇ ਮੇਰਾ ਸਾਰਾ ਦੁੱਖ ਜਿਹੜੇ ਘਟਿਆ ਗਿਆ। ਮੋਹ ਤੇ ਸੰਗ ਨਾ ਛੋੜਿਓ ਜਾਈ, ਹੁਣ ਸਤਿਗੁਰੂ ਮਹਾਰਾਜ ਮੇਰੇ ਤੋਂ ਆਪ ਜੀ ਦਾ ਸੰਗ ਛੋੜਿਆ ਨਹੀਂ ਜਾ ਸਕਦਾ। ਮੈਂ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ। ਰੱਖੋ ਅਬ ਆਪਣੀ ਸ਼ਰਨਾਈ, ਹੁਣ ਮਹਾਰਾਜ ਆਪਣੀ ਸ਼ਰਨਾਈ ਦੇ ਵਿੱਚ ਮਹਾਰਾਜ ਮੈਨੂੰ ਰੱਖ ਲੈਣਾ ਕਰੋ। ਸੁਨ ਮੁਸਕਾਨੇ ਕਿਰਪਾ ਨਿਧਾਨਾ, ਸੁਣ ਕਰਕੇ ਕਿਰਪਾ ਨਿਧਾਨ ਸਤਿਗੁਰੂ ਮਹਾਰਾਜ ਜੀ ਨੇ ਉਹਦੇ ਬਚਨਾਂ ਨੂੰ ਸੁਣ ਕਰਕੇ ਮੁਸਕਰਾਏ। ਤੈਸੋ ਇਸ ਬਿਦ ਬਚਨ ਬਖਾਨਾ, ਸਤਿਗੁਰੂ ਮਹਾਰਾਜ ਜੀ ਨੇ ਉਹਦੇ ਤਾਈਂ ਇਸ ਤਰ੍ਹਾਂ ਬਚਨ ਕਰਨਾ ਕੀਤਾ। ਨਗਰ ਬਿਖੈ ਬੂਝੇ ਜੇ ਕੋ, ਦੇਖੋ ਪਿਆਰਿਓ ਸਤਿਗੁਰੂ ਮਹਾਰਾਜ ਜੇ ਅਹੰਕਾਰ ਦੇ ਨਾਲ ਆਓਗੇ ਨਾ ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਕੋਲ, ਫਿਰ ਅਹੰਕਾਰੀਆ ਸੋ ਮਾਰਿਆ। ਅਹੰਕਾਰ ਨਾਲ ਆਓ ਤੇ ਉਹਨੇ ਮਾਰੇ ਜਾਣਾ ਹੈ। ਸ਼ਰਧਾ ਪਨਾ ਦੇ ਨਰ ਜਿਵਾਇਆ ਰਾਮ, ਭਾਵੇਂ ਜਿਹੜੀ ਆਤਮਿਕ ਮੌਤ ਕਰਕੇ ਮਰ ਚੁੱਕਾ ਹੋਵੇ ਸਤਿਗੁਰੂ ਮਹਾਰਾਜ ਉਹਨੂੰ ਫਿਰ ਤੋਂ ਜੀਵਨ ਦਾਨ ਦੇ ਦਿੰਦੇ ਹਨ। ਤੇ ਹੁਣ ਸਤਿਗੁਰੂ ਮਹਾਰਾਜ ਆਪਣੇ ਸੇਵਕ, ਕਿਉਂਕਿ ਸ਼ੋ ਸੁਹਾਗਣ ਮਹਾਰਾਜ ਜੀ ਦਾ ਮੁਰੀਦ ਬਣ ਗਿਆ, ਸੇਵਕ ਬਣ ਗਿਆ, ਉਹਦੇ ਪਿਛਲੇ ਗੁਨਾਹਾਂ ਨੂੰ ਮਹਾਰਾਜ ਜੀ ਨੇ ਬਖਸ਼ ਲਿਆ
ਤੇ ਜਦੋਂ ਉਹ ਸੁਧਰ ਗਿਆ, ਰੱਬ ਦੇ ਮਾਰਗ ਦੇ ਉੱਤੇ ਲੱਗ ਗਿਆ, ਹੁਣ ਮਹਾਰਾਜ ਆਪਣੇ ਸੇਵਕ ਨੂੰ ਵਡਿਆਈ ਦੇਣ ਦੇ ਵਾਸਤੇ ਕਿਸ ਬਿਧ ਤੇਰੇ ਕਰ ਭਗ ਹੋ। ਕਿਉਂਕਿ ਮਹਾਰਾਜ ਜੀ ਨੇ ਉਸ ਲੰਗੜੇ ਲੂਣੇ ਨੂੰ ਕਿਹਾ ਕਿ ਭਾਈ ਹੁਣ ਜਦ ਤੂੰ ਨਗਰ ਦੇ ਵਿੱਚ ਜਾਵੇਗਾ, ਸਿੱਧੀ ਜੀ ਗੱਲ ਹੈ, ਨਾਲ ਦੇ ਲੋਕਾਂ ਨੇ ਤਾਂ ਪੁੱਛਣਾ ਭਈ ਗੱਲ ਕੀ ਹੈ, ਹੁਣ ਤੱਕ ਤਾਂ ਤੂੰ ਲੰਗੜਾ ਸੀ, ਲੂਲਾ ਸੀ, ਹੱਥ ਪੈਰ ਤੇਰੇ ਟੇੜੇ ਸਨ, ਵਿੰਗ ਪੈਂਦੇ ਸਨ, ਹੁਣ ਇੱਕਦਮ ਸਿੱਧਾ ਨਵਾਂ ਨਰੋਗਾ ਕਿਸ ਤਰ੍ਹਾਂ ਹੋ ਗਿਆ। ਜੇ ਕੋਈ ਵੀ ਤੈਨੂੰ ਪੁੱਛੇ ਤੇਰੇ ਨਾਲ ਇਹ ਬਚਨ ਕਰੇ ਕਿ ਜੇ ਪ੍ਰਾਪਤ ਹੋ ਗਏ। ਸੋ ਸੁਨ ਤਾਂ ਕੋ ਦੇਤ ਬਤਾਏ, ਉਹ ਸੁਣ ਕਰਕੇ ਲੋਕਾਂ ਨੂੰ ਦੱਸ ਦਿੰਦਾ, ਕਹਿ ਦਿੰਦਾ, ਸ਼ਹੁ ਸੁਹਾਗਣ ਕਰੁਣਾ ਕੀ, ਕਹਿੰਦਾ ਸ਼ਹੁ ਸੁਹਾਗਣ ਦੀ ਕਰੁਣਾ ਕਿਰਪਾ ਦੇ ਨਾਲ ਦੇਹ ਅਰੋਗ ਤੁਰਤ ਕਰ ਦੀਨੀ, ਤੇ ਉਹਨੇ ਮੈਨੂੰ ਅਰੋਗ ਕਰ ਦਿੱਤਾ, ਤੁਰੰਤ ਮੇਰਾ ਰੋਗ ਉਹਨੇ ਖਤਮ ਕਰ ਦਿੱਤਾ ਹੈ। ਸੁਨ ਕੇ ਲੋਕਨ ਅਚਰਜ ਮਾਨਾ, ਸੁਣ ਕਰਕੇ ਸਾਰੇ ਲੋਕ ਬਹੁਤ ਅਚਰਜਤਾ ਨੂੰ ਮੰਨਦੇ ਹਨ। ਸਗਲੇ ਪੁਰ ਤਿਨ ਕੀਨ ਪਿਆਨਾ, ਸਾਰਾ ਨਗਰ ਜਿਹੜਾ ਕਈ ਜੋ ਸ਼ਰਧਾਲੂ ਸਨ ਉਹਨਾਂ ਨੇ ਫਿਰ ਉੱਥੇ ਗਏ ਜਿੱਥੇ ਇਹ ਭਿਖਾਰੀ ਬਣ ਕਰਕੇ, ਨਿਮਾਣਾ ਬਣ ਕਰਕੇ ਰੱਬ ਦੀ ਹੁਣ ਸੱਚੇ ਮਨ ਦੇ ਨਾਲ ਰੱਬ ਦੀ ਇਬਾਦਤ ਕਰਦਾ। ਪਹਿਲੇ ਵੀ ਪਿਆਰਿਓ ਕਈ ਵਾਰੀ ਇਹ ਤਾਂ ਆਪਾਂ ਨੂੰ ਭੁਲੇਖਾ ਲੱਗ ਜਾਂਦਾ, ਕਈ ਜਿਹੜੇ ਹਨ ਇਬਾਦਤ ਕਰਦੇ ਹਨ, ਬਾਹਰੋਂ ਤਾਂ ਬਹੁਤ ਜ਼ਿਆਦਾ ਉਹ ਕਰਮਕਾਂਡ ਪੂਜਾ ਪਾਠ ਆਦਿਕ ਕਰਦੇ, ਲੇਕਿਨ ਅੰਤਰ ਕਪਟ ਉਧਰ ਭਰਨ ਕੈ ਤਾਈ ਪਾਠ ਪੜ੍ਹੈ ਗਾਵਾਰੀ। ਕਈ ਜਿਹੜੇ ਅੰਤਰ ਤਾਂ ਕਪਟ ਹੁੰਦਾ ਸਿਰਫ ਮਾਇਆ ਦੇ ਵਾਸਤੇ, ਫਿਰ ਬਹੁਤ ਲੋਕਾਂ ਨੂੰ ਇਹ ਕਰਮਕਾਂਡ ਕਰਕੇ ਦਿਖਾਉਂਦੇ। ਪਹਿਲੇ ਤਾਂ ਆਈ ਸੀ, ਇਹੀ ਤਾਂ ਪਿਆਰਿਓ ਫਰਕ ਹੁੰਦਾ ਹੈ। ਕਈ ਵਾਰੀ ਇਹਨਾਂ ਦੇ ਪਿੱਛੇ ਹੀ ਲੱਗ ਕਰਕੇ ਆਪਾਂ ਆਪਣਾ ਜੀਵਨ ਬਰਬਾਦ ਕਰ ਦਿੰਦੇ ਆ। ਮਹਾਰਾਜ ਨੇ ਕਿਹਾ ਨਾ, ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੁੜਾ ਤਾਂ ਜਨਮ ਨਾ ਦੇਂਦੀ ਅੰਗ। ਕਿ ਬਗਲੇ ਦੇ ਵਿੱਚ ਤੇ ਹੰਸ ਦੇ ਵਿੱਚ ਫਰਕ ਕੋਈ ਨਹੀਂ ਹੁੰਦਾ, ਬਾਹਰੋਂ ਤਾਂ ਇੱਕੋ ਜਿਹੇ ਦਿਸਦੇ ਹਨ, ਲੇਕਿਨ ਹੰਸ ਦੀ ਬਿਰਤੀ ਵੱਖਰੀ ਹੁੰਦੀ ਹੈ ਤੇ ਬਗਲੇ ਦੀ ਚਾਲ ਬਿਰਤੀ ਵੱਖਰੀ ਹੁੰਦੀ ਹੈ। ਆਪਾਂ ਪਿਆਰਿਓ ਜਿਨ੍ਹਾਂ ਨੂੰ ਹੰਸ ਸਮਝਦੇ ਹਾਂ, ਹੰਸ ਸਮਝ ਕਰਕੇ ਜਿਨ੍ਹਾਂ ਦੇ ਨਾਲ ਜੁੜਦੇ ਹਾਂ, ਜਦੋਂ ਪਤਾ ਲੱਗਦਾ ਕਿ ਭਾਈ ਇਹ ਤਾਂ ਬਗਲਾ ਹੈ, ਆਪਾਂ ਫਿਰ ਅਫਸੋਸ ਕਰਦੇ ਕਿ ਭਾਈ ਇਹ ਤਾਂ ਬਗਲਾ ਨਿਕਲਿਆ, ਇਹਦੇ ਮਗਰ ਲੱਗ ਕਰਕੇ ਮੈਨੇ ਆਪਣਾ ਜੀਵਨ ਬਰਬਾਦ ਕਰਨਾ ਕੀਤਾ। ਕਹਿਤ ਕਹਿਤ ਤਹਿ ਢਿਗ ਆਇਓ, ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਜਦੋਂ ਉਹ ਲੋਕ ਸ਼ਹੁ ਸੁਹਾਗਣ ਦੇ ਕੋਲ ਆ ਗਏ, ਸ਼ਹੁ ਸੁਹਾਗਣ ਜੌਨ ਕਹਾਇਓ, ਜਿਹੜਾ ਜਿਹਦਾ ਨਾਮ ਸੀ ਸ਼ਹੁ ਸੁਹਾਗਣ, ਸੁਨ ਕਰ ਬੂਝਤ ਕਹਿਥਲ ਸੋ, ਤੇ ਸੁਣ ਕਰਕੇ ਪੁੱਛਦੇ ਕਿ ਭਾਈ ਦੱਸਣਾ ਕਰ। ਪਹਿਲੇ ਤਾਂ ਵੱਡਾ ਡੇਰਾ ਹੁੰਦਾ, ਉਹਨੂੰ ਮਾਰ ਕਰਕੇ ਭਜਾ ਦਿੱਤਾ, ਹੁਣ ਜੰਗਲਾਂ ਦੇ ਵਿੱਚ ਵਿਚਾਰਾ ਰਹਿੰਦਾ ਸੀ, ਰੱਬ ਦੀ ਇਬਾਦਤ ਬੰਦਗੀ ਕਰਦਾ। ਜਾਹੇ ਤੋਰ ਦੁਖ ਦੀਨੋ ਖੋ, ਉਹਨੂੰ ਜਾ ਕਰਕੇ ਪੁੱਛਦੇ ਹਨ ਉਹ ਲੰਗੜੇ ਨੂੰ ਕਿ ਭਾਈ ਤੂੰ ਦੱਸਣਾ ਕਰ, ਹੁਣ ਉਹ ਸ਼ਹੁ ਸੁਹਾਗਣ ਕਿੱਥੇ ਬੈਠਿਆ ਹੋਇਆ ਹੈ। ਕਹੇ ਸੋ ਚਲੋ ਮੋਰ ਤੁਮ ਸੰਗਾ, ਤੇ ਫਿਰ ਉਸ ਲੰਗੜੇ ਲੂਲੇ ਨੇ ਕਿਹਾ ਕੋਈ ਗੱਲ ਨਹੀਂ ਹੈ, ਜੇ ਸ਼ਹੁ ਸੁਹਾਗਣ ਨੂੰ ਮਿਲਣਾ ਕੋਈ ਗੱਲ ਨਹੀਂ ਹੈ, ਸਾਡੇ ਨਾਲ ਚੱਲ ਭਾਈ, ਮੈਂ ਤੈਨੂੰ ਲਿਆ ਕਰਕੇ ਉਹਦੇ ਦਰਸ਼ਨ ਕਰਾਉਂਦਾ ਹਾਂ। ਤਨ ਸਾਵੋਂ
ਜਹ ਕੀਏ ਦੁਖ ਭੰਗਾ। ਜਿਹਨੇ ਮੇਰਾ ਦੁੱਖ ਨਾਸ਼ ਕਰਨਾ ਕੀਤਾ, ਉਹਦੇ ਦਰਸ਼ਨ ਮੈਂ ਤੁਹਾਨੂੰ ਕਰਾ ਦਿੰਦਾ। ਚਲੋ ਮੇਰੇ ਨਾਲ। ਇਸ ਤੋਂ ਲੰਗੜਾ ਲੂਲਾ ਬੰਦਾ ਜਿਹੜਾ ਸੀ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਦੋਂ ਹੱਥ ਪੈਰ ਫਿਰ ਤੋਂ ਜਿਹੜੇ ਤੰਦਰੁਸਤ ਹੋ ਗਏ, ਹੁਣ ਸਤਿਗੁਰੂ ਮਹਾਰਾਜ ਆਪਣੇ ਸੇਵਕ ਨੂੰ ਵਡਿਆਈ ਦੇਣ ਵਾਸਤੇ ਉਹਨੂੰ ਭੇਜਣਾ ਕੀਤਾ। ਉਹ ਕਿਸ ਤਰ੍ਹਾਂ ਲਿਆ ਕਰਕੇ ਸ਼ੌ ਸੁਹਾਗਣ ਨੂੰ ਮਿਲਾਉਂਦਾ, ਫਿਰ ਸ਼ੌ ਸੁਹਾਗਣ ਮਹਾਰਾਜ ਜੀ ਦੀ ਸ਼ਰਦ ਵਿੱਚ ਕਿਸ ਤਰ੍ਹਾਂ ਆ ਕਰਕੇ ਮਹਾਰਾਜ ਨੂੰ ਬੇਨਤੀ ਕਰਦਾ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੂਤ ਹੈ ਪਾਰ ਬ੍ਰਹਮ, ਅਬਨਾਸੀ ਅਬਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭਾਂਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸ, ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਕਰਤਾ ਪੁਰਖ, ਨਿਰਭਉ ਨਿਰ ਅਕਾਲ ਜੁਗਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਜਪ। ਆਦਿ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ, ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।